मित्र प्यारे हाल मुरीदा दा कहना। गुरु नानक पद पंकज बंदन पद पंकज बंदन सिमरो अंगद गुर अमरदास हृदय नित त्यामो हृदय नित श्री गुरु रामदास गुण गावो गुर अर्जन बिघ्नन के नासक हर गोबिंद शुभ सुमत परकार श्री हर राय नमो ओंकार जोरी नमो ओंकार श्री हर कृष्ण मनाऊं बहो गुरु तेग बहादुर परम कृपाला जी परम श्री गुरु गोबिंद सिंह वे तरो तरा पर पुन पुन सीसा जी पुन बंदों बार बार जगदीसा एक ओंकार सतगुरु तेह प्रसाद सच वाहेगुरु जी की फतेह है विघ्न विनाशन वाहेगुरु जी की फतेह है विघ्न विनाशन सोए। वाहिगुरु जी का खालसा वाहिगुरु जी की फतेह। जुगहो जुग अटल चवर छतर तख्त के मालिक दीन दुनिया के वाली सतगुरु धन धन श्री गुरु ग्रंथ साहिब सच्चे पातशाह जी दे पावन पवित्र चरना कबलों पास संध्या दे सजे हुए दीवाना विच हाजरियां भर रही गुरु स्वरूप गुरु खालसा साध संगत लड़ीवार श्री गुरपंथ प्रकाश की कथा विचार सरवण करन लई गुरु चरणा पास आप जी सुशोभित होए हो। कल दे प्रकरण आपने सरवण कीते सन। ਸਿੰਘਾਂ ने श्री ਅੰਮ੍ਰਿਤਸਰ ਸਾਹਿਬ ਜਦੋਂ राम रौणी की रचना की मीर मन्नू ने फौजां दे के दीना बेग दीवान कौड़ा मल आदਿਕ इन्हां नूं ਸਿੰਘਾਂ ते हमला करन लई भेज दिता। जंग होण लग पिया। ਸਿੰਘਾਂ वास्ते औखी घड़ी आ गई। पर जदों सिंह जथा बन के बाहर निकल के शहीद होंदे ने क्योंकि 500 सिंह जिहड़ा सी वो इस किले अंदर सी। ਜਿਹੜੇ ਸਿੰਘ ਬਘਿਆੜਾਂ ਦੀਆਂ ਖੱਡਾਂ ਵਿੱਚ ਜੰਗਲਾਂ ਵਿੱਚ ਝਾੜਾਂ ਵਿੱਚ ਰਹਿੰਦੇ ਸਨ ਇਸ ਤਰ੍ਹਾਂ ਉਹ ਸਿੰਘ ਉੱਥੋਂ ਨਿਕਲ ਕੇ ਤੇ ਰਾਮ ਰੌਣੀ ਦੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ।
इधर ਸਿੰਘਾਂ ਦੀਆਂ ਰਸਤਾਂ ਬਸਤਾਂ ਸਮਾਪਤ ਹੋ ਗਈਆਂ। ਬਾਹਰ ਤੁਰਕਾਂ ਨੇ ਬੁਰਜ ਖੜੇ ਕਰ ਦਿੱਤੇ, ਬੁਰਜਾਂ 'ਤੇ ਬੰਦੂਕਚੀ ਬਿਠਾ ਦਿੱਤੇ ਤੇ ਬਾਹਰਲੇ ਪਾਸੇ ਇੱਕ ਹੋਰ ਖਾਈ ਪੁੱਟ ਦਿੱਤੀ। ਜਿਹੜਾ ਸਿੰਘ ਉੱਥੋਂ ਬਾਹਰੋਂ ਅੰਦਰ ਵੜਦਾ ਹੈ ਉੱਤੋਂ ਗੋਲੀ ਮਾਰ ਦਿੰਦੇ ਨੇ। ਖਾਲਸੇ ਨੇ ਫਿਰ ਮਤਾ ਪਕਾ ਲਿਆ ਵੀ ਸਾਡੀ ਗਿਣਤੀ ਤਾਂ ਥੋੜ੍ਹੀ ਜਿਹੀ ਹੈ, ਪਰ ਆਪਾਂ ਜਿਵੇਂ ਕਿਵੇਂ ਤੁਰਕਾਂ ਨਾਲ ਲੜ ਕੇ ਸ਼ਹੀਦ ਹੋ ਜਾਈਏ। ਇੰਨੇ ਨੂੰ ਇੱਕ ਸਿੰਘ ਬਾਹਰੋਂ ਅੰਦਰ ਕਿਲ੍ਹੇ ਵਿੱਚ ਪ੍ਰਵੇਸ਼ ਹੋ ਗਿਆ। ਕਹਿਣ ਲੱਗਾ ਵੀ ਜਿਹੜਾ ਸਭ ਤੋਂ ਨੇੜੇ ਮੋਰਚਾ ਹੈ, ਇਹ ਜਿਹੜਾ ਮੋਰਚਾ ਸਿੰਘਾਂ ਦਾ ਹੀ ਹੈ, ਉਹ ਸਿੰਘ ਖਾਲਸੇ ਨੂੰ ਮਿਲਣਾ ਚਾਹੁੰਦੇ ਨੇ। ਖਾਲਸੇ ਨੇ ਹੁਕਮ ਕੀਤਾ, ਠੀਕ ਹੈ, ਜੇ ਆਖਰੀ ਵੇਲਾ ਹੈ, ਜੋ ਮਿਲਣਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਨਾਲ ਮਿਲਾਂਗੇ। ਉਹ ਸਿੰਘ ਨੇ ਸੁਨੇਹਾ ਦਿੱਤਾ ਬਾਹਰ ਜਾ ਕੇ। ਜਿਹੜੇ ਸਿੰਘ ਸਨ ਉਹ ਸਰਦਾਰ ਜੱਸਾ ਸਿੰਘ ਨੂੰ ਕਹਿਣ ਲੱਗੇ ਵੀ ਅਸੀਂ ਤਾਂ ਸਿੰਘਾਂ ਦੀ ਮਦਦ ਲਈ ਅੰਦਰ ਚੱਲੇ ਹਾਂ। ਸਰਦਾਰ ਜੱਸਾ ਸਿੰਘ ਵੀ ਕਹਿਣ ਲੱਗਾ ਵੀ ਮੈਂ ਵੀ ਇਹੀ ਚਾਹੁੰਦਾ ਕਿ ਮੈਂ ਖਾਲਸੇ ਦੀ ਮਦਦ ਕਰਾਂ। ਉਹਨਾਂ ਨੂੰ ਖਾਲਸੇ ਨੇ ਛੇਕ ਦਿੱਤਾ ਸੀ, ਇਸ ਕਰਕੇ ਅਦੀਨਾ ਬੇਗ ਦੇ ਪਾਸ ਜਾ ਕੇ ਉਹ ਨੌਕਰੀ ਕਰਨ ਲੱਗ ਪਏ। ਅਤੇ ਸਰਦਾਰ ਜੱਸਾ ਸਿੰਘ ਨੇ ਤੀਰ ਨਾਲ ਚਿੱਠੀ ਬੰਨ੍ਹ ਕੇ ਖਾਲਸੇ ਨੂੰ ਭੇਜੀ। ਸਿੰਘਾਂ ਨੇ ਕਹਿ ਦਿੱਤਾ ਕਿ ਠੀਕ ਹੈ ਭਾਈ, ਜੇ ਆਉਣਾ ਚਾਹੁੰਦਾ ਤੂੰ ਆ ਜਾ। ਇਸ ਤਰ੍ਹਾਂ ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਕਿਲ੍ਹੇ ਅੰਦਰ ਚਲੇ ਗਏ, ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ। ਇੱਧਰ ਸ਼ਾਹ ਨਵਾਜ਼ ਨੇ ਮੁਲਤਾਨ 'ਤੇ ਕਬਜ਼ਾ ਕੀਤਾ। ਮੀਰ ਮੰਨੂ ਨੂੰ ਫੌਜ ਵਾਪਸ ਬੁਲਾਉਣੀ ਪਈ, ਪਰ ਦੀਵਾਨ ਕੌੜਾ ਮੱਲ ਜੀ ਉਹਨਾਂ ਨੇ ਸੋਚਿਆ ਵੀ ਕਿਉਂ ਨਾ ਸਿੰਘਾਂ ਨੂੰ ਨਾਲ ਰਲਾ ਕੇ ਉਹਨਾਂ ਦਾ ਫਾਇਦਾ ਕੀਤਾ ਜਾਏ। ਦੀਵਾਨ ਕੌੜਾ ਮੱਲ ਨੇ ਸਿੰਘਾਂ ਨੂੰ, ਮੀਰ ਮੰਨੂ ਨੂੰ ਕਹਿ ਕੇ ਤੇ ਸਿੰਘਾਂ ਨੂੰ ਨਾਲ ਲੈ ਲਿਆ। ਅੱਧੀ ਪੱਟੀ ਦੀ ਜਗੀਰ ਸਿੰਘਾਂ ਨੂੰ ਦੇ ਦਿੱਤੀ। ਅੰਮ੍ਰਿਤਸਰ ਸਾਹਿਬ ਦੇ 12 ਪਿੰਡ ਉਹ ਵੀ ਸਿੰਘਾਂ ਨੂੰ ਜਗੀਰ ਲਵਾ ਦਿੱਤੀ। ਇਸ ਤਰ੍ਹਾਂ ਜਾ ਕੇ ਮੁਲਤਾਨ ਨੂੰ ਘੇਰਾ ਪਾ ਲਿਆ। ਤੁਰਕ ਤਾਂ ਇਕੱਠੇ ਹੋ ਗਏ, ਜਿਹੜੇ ਤੁਰਕ ਚੜ੍ਹ ਕੇ ਗਏ ਸਨ ਸ਼ਾਹ ਨਵਾਜ਼ ਨੂੰ ਮਾਰਨ ਵਾਸਤੇ, ਉਹ ਇਕੱਠੇ ਹੋ ਗਏ ਵੀ ਸਾਨੂੰ ਕੀ ਲੋੜ ਹੈ ਆਪਸ ਵਿੱਚ ਲੜਨ ਦੀ। ਉਹ ਚਾਹੁੰਦੇ ਸਨ ਵੀ ਜਿਹੜੇ ਹਿੰਦੂ ਨਾਲ ਆਏ ਨੇ ਉਹਨਾਂ ਹੱਥੋਂ ਦੀਵਾਨ ਕੌੜਾ ਮੱਲ ਨੂੰ ਮਰਵਾ ਦਈਏ। ਦੀਵਾਨ ਕੌੜਾ ਮੱਲ ਜਿਹੜੇ ਸਨ ਉਹ ਸਿੰਘਾਂ ਦੇ ਨਾਲ ਪ੍ਰੇਮ ਰੱਖਦੇ ਸਨ ਅਤੇ ਸਿੰਘਾਂ ਦੇ ਬਲ ਦੇ ਨਾਲ ਹੀ ਇੱਥੇ ਗਏ ਸਨ। ਉਹ ਸਿੰਘਾਂ ਨੂੰ ਆਖਿਆ, ਸਿੰਘੋ ਵੇਲਾ ਆ ਗਿਆ, ਸ਼ਾਹ ਨਵਾਜ਼ ਆ ਨਿਕਲਿਆ। ਜਦੋਂ ਸ਼ਾਹ ਨਵਾਜ਼ ਸਾਹਮਣੇ ਆਇਆ ਤੇ ਸਿੰਘਾਂ ਨੇ ਗੋਲੀਆਂ ਮਾਰ ਕੇ ਸ਼ਾਹ ਨਵਾਜ਼ ਮਾਰ ਦਿੱਤਾ। ਉਹਦਾ ਸਿਰ ਵੱਢ ਕੇ ਮੀਰ ਮੰਨੂ ਦੇ ਕੋਲ ਜਾ ਪਹੁੰਚੇ ਤੇ ਮੀਰ ਮੰਨੂ ਨੇ ਖੁਸ਼ ਹੋ ਕੇ ਦੀਵਾਨ ਕੌੜਾ ਮੱਲ ਨੂੰ ਸ਼ਾਹ ਬਹਾਦਰ ਦਾ ਖਿਤਾਬ ਦਿੱਤਾ ਹੈ। ਸੋ ਆਓ ਅਗਲੇ ਆਪਾਂ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। 1810 ਦੇ ਵਿੱਚ ਬਿਕਰਮੀ ਸੰਮਤ ਯਾਨੀ ਕਿ ਕਰੀਬਨ 1810 ਜਿਹੜਾ ਹੈ ਉਹ ਬਿਕਰਮੀ ਸੰਮਤ ਬਣਦਾ ਹੈ ਅਤੇ 1753 ਇਹ ਈਸਵੀ ਸੰਮਤ ਬਣਦਾ, ਜਿਹੜਾ ਅੱਜ ਕੱਲ੍ਹ 2020 ਚੱਲਦਾ ਪਿਆ ਨਾ, ਅਤੇ ਉਹਦੇ ਮੁਤਾਬਕ ਇਹ ਜਿਹੜਾ ਈਸਵੀ ਸੰਮਤ ਸੀ ਉਹ 1753 ਬਣਦਾ। ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ 'ਤੇ ਫਿਰ ਚੜ੍ਹ ਕੇ ਆ ਗਿਆ। ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ 'ਤੇ 8 ਵੱਡੇ ਹਮਲੇ ਕੀਤੇ ਸਨ। ਉਹ ਸਮੇਂ ਨਾਲ ਹਮਲਾ ਕਰਦਾ ਸੀ ਹਿੰਦੁਸਤਾਨ 'ਤੇ ਲੁੱਟ ਕੇ ਲੈ ਜਾਂਦਾ ਸੀ। ਇਸ ਤਰ੍ਹਾਂ ਇੱਕ ਵਾਰੀ ਫਿਰ 1753 ਈਸਵੀ ਅਤੇ 1810 ਸੰਮਤ ਦੇ ਵਿੱਚ ਹਿੰਦੁਸਤਾਨ 'ਤੇ ਚੜ੍ਹ ਕੇ ਆ ਗਿਆ ਹੈ। ਇਸ ਵਾਰੀ ਅਹਿਮਦ ਸ਼ਾਹ ਅਬਦਾਲੀ ਨੂੰ ਨਜ਼ੀਬ ਖਾਂ ਰੋਹੇਲਾ ਉਹਨੇ ਸੱਦਿਆ। ਹਿੰਦੁਸਤਾਨ ਦਾ ਬਾਦਸ਼ਾਹ ਸੀਗਾ ਜਿਹਨੂੰ ਮੁਹੰਮਦ ਸ਼ਾਹ ਕਹਿੰਦੇ ਸਨ। ਮੁਹੰਮਦ ਸ਼ਾਹ
ਫਰਕਸ਼ਰ ਬਾਦਸ਼ਾਹ ਤੋਂ ਬਾਅਦ ਉਹ ਤਖਤ ਤੇ ਬੈਠਾ ਸੀ। ਫਰਕਸ਼ਰ ਦੀ ਮੌਤ ਹੋ ਗਈ, ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਮੁਹੰਮਦ ਸ਼ਾਹ ਜਿਹੜਾ ਸੀ ਬੜਾ ਅਯਾਸ਼ ਬਾਦਸ਼ਾਹ ਸੀ, ਅਯਾਸ਼ ਕਿਸਮ ਦਾ, ਸ਼ਰਾਬ ਪੀਣੀ, ਇੱਦਾਂ ਦੇ ਕੰਮ ਕਰਨੇ। ਇਹਨੂੰ ਮੁਹੰਮਦ ਸ਼ਾਹ ਰੰਗੀਲਾ ਵੀ ਕਹਿੰਦੇ ਸਨ। ਤੇ ਹਿੰਦੁਸਤਾਨ ਦਾ ਰਾਜ ਭਾਗ ਜਿਹੜਾ ਬਹੁਤੇ ਸਹੀ ਢੰਗ ਤਰੀਕੇ ਨਾਲ ਉਹ ਚਲਾ ਨਹੀਂ ਸਕਿਆ। ਜਦੋਂ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ, ਇਹਦੇ ਮਰਨ ਤੋਂ ਬਾਅਦ ਹਿੰਦੁਸਤਾਨ ਦੀ ਰਾਜ ਦੀ ਸਥਿਤੀ ਜਿਹੜੀ ਸੀ ਡਾਵਾਂਡੋਲ ਹੋ ਗਈ। ਤੇ ਜਿਹੜਾ ਨਜ਼ੀਬ ਖਾਨ ਰੋਹੇਲਾ ਸੀ, ਇਹਨੇ ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਤੇ ਚੜਾ ਲਿਆ। ਇਹਦੇ ਕਹਿਣ ਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ 'ਚ ਪ੍ਰਵੇਸ਼ ਹੋਇਆ ਹੈ। ਹਿੰਦੁਸਤਾਨ ਦੀਆਂ ਜਿਹੜੀਆਂ 4 ਨੁਕਰਾਂ ਕਹਿ ਲਓ, ਮੁੱਖ 4 ਪ੍ਰਾਂਤ ਕਹਿ ਲਓ, 4 ਦਿਸ਼ਾਵਾਂ ਕਹਿ ਲਓ, ਇਹਦੇ 4 ਹੀ ਵਜ਼ੀਰ ਸਨ, ਜਿਨ੍ਹਾਂ ਵਜ਼ੀਰਾਂ ਨੇ ਹਮੇਸ਼ਾ ਹੀ ਹਿੰਦੁਸਤਾਨ ਦੇ ਰਾਜ ਭਾਗ ਨੂੰ ਬਾਦਸ਼ਾਹਾਂ ਦੇ ਨਾਲ ਮਿਲ ਕੇ ਚਲਾਇਆ ਹੈ। ਮੁਹੰਮਦ ਸ਼ਾਹ ਰੰਗੀਲੇ ਦੇ 4 ਵਜ਼ੀਰ ਹਨ। ਇਹਨਾਂ 4 ਨੁਕਰਾਂ ਨੂੰ, 4 ਕੋਨਿਆਂ ਨੂੰ ਇਹਨਾਂ 4 ਵਜ਼ੀਰਾਂ ਨੇ ਆਪ ਹੀ ਦੱਬ ਲਿਆ। ਇਹਨਾਂ ਨੇ ਤਖਤ ਤੇ ਕੋਈ ਬਾਦਸ਼ਾਹ ਨਹੀਂ ਬਿਠਾਇਆ। ਬੜੀ ਵੱਡੀ ਖੇਡ ਸੀ। ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਹਿੰਦੁਸਤਾਨ ਦਾ 7ਵਾਂ ਜਿਹੜਾ ਬਾਦਸ਼ਾਹ ਸੀ ਉਹ ਬਹਾਦਰ ਸ਼ਾਹ ਨੂੰ ਬਣਾਇਆ। ਬਹਾਦਰ ਸ਼ਾਹ ਤੋਂ ਬਾਅਦ ਹਿੰਦੁਸਤਾਨ ਦਾ ਰਾਜ ਭਾਗ ਕਰੀਬਨ ਖਤਮ ਹੋ ਗਿਆ ਸੀਗਾ, ਨਾਂ ਦਾ ਹੀ ਰਾਜ ਰਹਿ ਗਿਆ ਸੀਗਾ। ਸੋ ਇਸ ਕਰਕੇ ਇਹਨਾਂ ਨੇ ਤਖਤ ਤੇ ਕੋਈ ਵੀ ਬਾਦਸ਼ਾਹ ਨਹੀਂ ਬਿਠਾਇਆ। ਜਿਹੜੇ ਵਜ਼ੀਰ ਸਨ, ਇਹਨਾਂ ਵਜ਼ੀਰਾਂ ਨੇ 4 ਕੋਨੇ ਹਿੰਦੁਸਤਾਨ ਦੇ ਜਿਹੜੇ ਸਨ ਉਹ ਆਪ ਦੱਬ ਲਏ ਹਨ। ਤੇ ਆਪਸ ਵਿੱਚ ਇੱਕ ਦੂਜੇ ਨਾਲ ਸ਼ਰੀਕਾ ਕਰਨ ਲੱਗ ਗਏ, ਵੈਰ ਵਿਰੋਧ ਕਰਨ ਲੱਗ ਪਏ, ਆਪਸ ਵਿੱਚ ਲੜਨ ਲੱਗ ਪਏ। ਰਾਜ ਭਾਗ ਦੇ ਪਿੱਛੇ ਇੱਕ ਦੂਜੇ ਨੂੰ ਮਾਰਨ ਤੇ ਮਰਨ ਲੱਗ ਪਏ ਹਨ। ਇਧਰ ਲਖਨਊ ਦਾ ਜਿਹੜਾ ਇਲਾਕਾ ਸੀਗਾ, ਜਿਹੜਾ ਵਜ਼ੀਰ ਆਜ਼ਮ ਸੀਗਾ, ਜਿਹਦਾ ਨਾਮ ਸੀ ਮਨਸੂਰ ਅਲੀ, ਇਹ ਪਹਿਲਾ ਵਜ਼ੀਰ ਸੀ। ਮਨਸੂਰ ਅਲੀ ਨੇ ਜਾ ਕੇ ਲਖਨਊ ਦਾ ਇਲਾਕਾ ਮੱਲ ਲਿਆ ਹੈ। ਇਹਨੇ ਮਨਸੂਰੀ ਟਕੇ ਚਲਾਏ ਤੇ ਇਹਦੇ ਨਾਮ ਦੀ ਮੋਹਰ ਵੀ ਚੱਲੀ ਹੈ। ਜਿਹੜਾ ਦੂਸਰਾ ਵਜ਼ੀਰ ਸੀਗਾ ਬਾਦਸ਼ਾਹ ਦਾ, ਉਹਦਾ ਨਾਮ ਸੀ ਨਿਜ਼ਾਮ ਅਲੀ। ਨਿਜ਼ਾਮ ਅਲੀ ਜਿਹੜਾ ਸੀ ਉਹ ਆਪਣੀਆਂ ਫੌਜਾਂ ਲੈ ਕੇ ਦੱਖਣ ਦੇ ਇਲਾਕੇ 'ਚ ਚਲਾ ਗਿਆ। ਉਹਨੇ ਦੱਖਣ ਦਾ ਇਲਾਕਾ ਦੱਬ ਲਿਆ। ਮਨਸੂਰ ਅਲੀ ਨੇ ਲਖਨਊ ਦੱਬਿਆ ਤੇ ਇਸੇ ਪ੍ਰਕਾਰ ਜਿਹੜਾ ਨਿਜ਼ਾਮ ਅਲੀ ਸੀਗਾ ਉਹਨੇ ਦੱਖਣ ਦਾ ਇਲਾਕਾ ਰੋਕ ਲਿਆ ਹੈ। ਇਹਨਾਂ 4 ਵਜ਼ੀਰਾਂ ਨੇ ਦਿੱਲੀ ਦਾ ਜਿਹੜਾ ਪਾਤਸ਼ਾਹ ਸੀ ਉਹਦੀ ਲੂਣ ਹਰਾਮੀ ਕੀਤੀ। ਇਹਨਾਂ ਦਾ ਫਰਜ਼ ਬਣਦਾ ਸੀ ਕਿ ਤਖਤ ਤੇ ਕਿਸੇ ਨੂੰ ਬਿਠਾਉਂਦੇ, ਹਿੰਦੁਸਤਾਨ ਦਾ ਰਾਜ ਭਾਗ ਚਲਾਉਂਦੇ, ਪਰ ਪਰਮੇਸ਼ਰ ਦੀ ਖੇਡ ਸੀ ਕਿ ਚਾਰੇ ਦੇ ਚਾਰੇ ਬਾਗੀ ਹੋ ਗਏ। ਆਪ ਹਿੰਦੁਸਤਾਨ ਦਾ ਰਾਜ ਦੱਬਣਾ ਚਾਹੁੰਦੇ ਨੇ ਵੀ ਅਸੀਂ ਤਖਤ ਤੇ ਬਹਿ ਕੇ ਰਾਜ ਕਰੀਏ। ਇਹਨਾਂ ਨੇ ਇਸ ਤਰ੍ਹਾਂ ਨਮਕ ਹਰਾਮੀ ਕੀਤੀ ਹੈ। ਹੁਣ ਜਿਹੜਾ ਨਜ਼ੀਬ ਖਾਨ ਸੀ ਰੋਹੇਲਾ, ਇਹਨੇ ਕੀ ਕੀਤਾ ਵੀ ਇਹ ਜਾ ਕੇ ਅਹਿਮਦ ਸ਼ਾਹ ਅਬਦਾਲੀ ਨਾਲ, ਗਿਲਜਿਆਂ ਨਾਲ ਜਾ ਕੇ ਰਲ ਗਿਆ। ਇਹਨੇ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਤਰ੍ਹਾਂ ਜਿਹੜਾ ਚੌਥਾ ਵਜ਼ੀਰ ਸੀ, ਤੀਸਰਾ ਵਜ਼ੀਰ ਸੀ ਨਜ਼ੀਮ ਖਾਨ ਰੋਹੇਲਾ, ਇਹ ਅਹਿਮਦ ਸ਼ਾਹ ਅਬਦਾਲੀ ਨੂੰ ਲੈ ਕੇ ਆਇਆ ਹਿੰਦੁਸਤਾਨ ਤੇ। ਜਿਹੜਾ ਚੌਥਾ ਵਜ਼ੀਰ ਸੀ ਉਹਦਾ ਨਾਮ ਸੀ ਗਾਜੀ ਦੀਨ, ਉਹਨੂੰ ਗਾਜਦੀ ਵੀ ਕਹਿੰਦੇ ਨੇ, ਪਰ ਉਹਦਾ ਨਾਮ ਸੀ ਗਾਜੀ ਦੀਨ। ਤੇ ਜਿਹੜਾ ਗਾਜੀ ਦੀਨ ਸੀਗਾ ਇਹ ਜਾ ਕੇ ਮਰਹੱਟਿਆਂ ਨਾਲ ਰਲ ਗਿਆ। ਇਹਨੇ ਮਰਹੱਟੇ ਜਿਹੜੇ ਸਨ, ਮਰਹੱਟੇ ਲਿਆ ਕੇ ਮੁਗਲਾਂ ਤੇ ਚਾੜ ਦਿੱਤੇ ਹਨ। ਹਾਂਜੀ, ਰੋਹੇਲੇ ਉੱਪਰ ਉਹਨੇ ਚੜਾਵੇ। ਜਿਹੜਾ ਗਾਜੀ ਦੀਨ ਸੀ ਮਰਹੱਟਿਆਂ ਨੂੰ ਲੈ ਕੇ ਆਇਆ ਤੇ ਮਰਹੱਟੇ ਲਿਆ ਕੇ ਇਹਨੇ ਨਜ਼ੀਬ ਖਾਨ ਦੇ ਉੱਤੇ ਚੜਾ ਦਿੱਤੇ ਹਨ। ਨਜ਼ੀਬ ਖਾਨ ਨੇ ਆਪਣੇ ਰਹਿਣ ਵਾਸਤੇ, ਆਕੀ ਹੋਣ ਵਾਸਤੇ, ਜੰਗ ਕਰਨ ਵਾਸਤੇ ਇੱਕ ਗੜ੍ਹ ਕਿਲ੍ਹਾ ਬਣਾਇਆ ਸੀ ਤੇ ਉਸ ਕਿਲ੍ਹੇ ਦਾ ਨਾਮ ਵੀ ਇਹਨੇ ਇਸੇ ਪ੍ਰਕਾਰ ਆਪਣੇ ਨਾਂ ਤੇ ਰੱਖਿਆ ਹੈ। ਨਜ਼ੀਬਗੜ੍ਹ ਉਹਦਾ ਨਾਮ ਰੱਖ ਲਿਆ। ਇਸ ਤਰ੍ਹਾਂ ਫਿਰ ਮੁਗਲ ਤੇ ਪਠਾਨਾਂ ਦਾ ਆਪਸੀ ਵੈਰ ਹੋ ਗਿਆ।
ਬੜੀ ਵੱਡੀ ਖੇਡ ਪਰਮੇਸ਼ਰ ਦੀ ਹੈ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਪਠਾਣਾਂ ਦਾ ਰਾਜ ਸੀ ਤੇ ਉਦੋਂ ਦੌਲਤ ਖਾਨ ਜਿਹੜਾ ਸੀਗਾ ਉਹ ਜਾ ਕੇ ਗੁਰੂ ਨਾਨਕ ਸਾਹਿਬ ਦੇ ਬਚਨ ਮੰਨ ਕੇ ਮੁਗਲਾਂ ਨੂੰ ਚਾੜ ਕੇ ਲੈ ਕੇ ਆਇਆ। ਬਾਬਰ ਬਾਦਸ਼ਾਹ ਆਇਆ, ਮੁਗਲਾਂ ਦਾ ਰਾਜ ਹੋਇਆ, ਪਰ ਉਹਨਾਂ ਮੁਗਲਾਂ ਦਾ ਰਾਜ ਜਿਹੜਾ ਸੀ ਨਾ, ਉਹਨਾਂ ਮੁਗਲਾਂ ਦਾ ਰਾਜ, ਜੈਸੇ ਗੁਰੂ ਨਾਨਕ ਸਾਹਿਬ ਦਾ ਬਚਨ ਸੀ, ਕਾਬਲ ਤੇ ਕੁੱਤਾ ਮੰਗਾਉਂ, ਵੀ ਕਾਬਲ ਤੋਂ ਕੁੱਤਾ ਮੰਗਵਾਵਾਂਗਾ। ਕਿਹੜਾ? ਉਹ ਕੁੱਤਾ ਸੀ ਬਾਬਰ। ਬਾਬਰ ਚੜ ਕੇ ਆਇਆ, ਉਨ ਤੇ ਇਨਕਾ ਨਾਸ਼ ਕਰਾਉਂ, ਕਿ ਮੈਂ ਇਸ ਤਰ੍ਹਾਂ ਮੁਗਲਾਂ ਦੇ ਕੋਲੋਂ ਪਠਾਣਾਂ ਦਾ ਨਾਸ਼ ਕਰਾ ਦਿਆਂਗਾ। ਪਰ ਹੁਣ ਪ੍ਰਮਾਤਮਾ ਨੇ ਖੇਡ ਬਣਾ ਦਿੱਤੀ ਕਿ ਪਠਾਨ ਫਿਰ ਚੜ੍ਹ ਦਿੱਤੇ ਹਿੰਦੁਸਤਾਨ ਤੇ। ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਉਹ ਪਠਾਨ ਸੀਗਾ, ਉਹ ਪਠਾਨ ਮੁਗਲਾਂ ਤੇ ਚਾੜ ਦਿੱਤਾ ਕਿ ਇਹਦਾ ਰਾਜ ਭਾਗ ਜਿਹੜਾ ਹਿੰਦੁਸਤਾਨ ਚੋਂ ਖਤਮ ਕਰ ਦਿੱਤਾ ਜਾਏ। ਇਸ ਪ੍ਰਕਾਰ ਜਿਹੜਾ ਸਾਧ ਸੰਗਤ ਨਜ਼ੀਮ ਖਾਨ ਹੈ ਉਹ ਵੀ ਇੱਕ ਪਾਸੇ ਜੰਗ ਕਰਨ ਲੱਗ ਪਿਆ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਮੁਗਲ ਪਠਾਨ ਬੈਰ ਤਬ ਮਚਾ। ਇਸ ਤਰ੍ਹਾਂ ਮੁਗਲਾਂ ਤੇ ਪਠਾਨਾਂ ਦਾ ਆਪਸ ਦੇ ਵਿੱਚ ਬਹੁਤਾ ਵੈਰ ਵੱਧ ਗਿਆ ਹੈ। ਮੁਹੰਮਦ ਸ਼ਾਹ ਰੰਗੀਲਾ ਜਦੋਂ ਮਰ ਗਿਆ ਤੇ ਦਿੱਲੀ ਦੇ ਵਿੱਚ ਰੌਲਾ ਪੈ ਗਿਆ। ਦਿੱਲੀ ਦਾ ਜਿਹੜਾ ਤਖਤ ਸੀਗਾ ਉਹ ਬਾਦਸ਼ਾਹ ਤੋਂ ਖਾਲੀ ਹੋ ਗਿਆ ਹੈ। ਉਥੇ ਹੁਣ ਜਿਹੜਾ ਨਜ਼ੀਬ ਖਾਨ ਸੀ ਉਹ ਆਪ ਰਹਿਣ ਲੱਗ ਪਿਆ ਤੇ ਮੁਗਲ ਗਾਜ਼ ਦੀ ਬੋਲ ਦੂਜੇ ਪਾਸੇ ਜਿਹੜਾ ਗਾਜ਼ਦੀਨ ਸੀਗਾ, ਗਾਜ਼ਦੀਨ ਦਾ ਤੇ ਨਜ਼ੀਮ ਖਾਨ ਦਾ ਆਪਸੀ ਰੌਲਾ ਪੈ ਗਿਆ, ਕਿਉਂਕਿ ਜਿਹੜਾ ਮਨਸੂਰ ਅਲੀ ਸੀਗਾ ਤੇ ਦੂਸਰਾ ਸਾਧ ਸੰਗਤ ਜਿਹੜਾ ਨਿਜ਼ਾਮ ਅਲੀ, ਇਹ ਦੋ ਵਜ਼ੀਰ ਤਾਂ ਆਪਣੇ ਆਪਣੇ ਇਲਾਕੇ ਮਲ ਕੇ ਬਹਿ ਗਏ। ਇਹਨਾਂ ਦਾ ਕੋਈ ਇੰਨਾ ਰੌਲਾ ਨਹੀਂ ਸੀ। ਪਰ ਜਿਹੜਾ ਗਾਜ਼ੀਦੀਨ ਸੀ, ਇੱਕ ਪਾਸੇ ਗਾਜ਼ੀਦੀਨ ਤੇ ਦੂਜੇ ਪਾਸੇ ਨਜ਼ੀਮ ਖਾਨ ਰੋਹੇਲਾ, ਇਹ ਆਪਸ ਵਿੱਚ ਰਾਜ ਨੂੰ ਲੈਣ ਵਾਸਤੇ ਰੌਲਾ ਪਾ ਕੇ ਬਹਿ ਗਏ। ਇਹ ਲੜਨ ਲੱਗ ਪਏ ਹਨ। ਨਜ਼ੀਮ ਖਾਨ ਨੇ ਵੇਖਿਆ ਜਦੋਂ ਇਹਦੇ ਤੇ ਹਮਲਾ ਕਰ ਦਿੱਤਾ ਗਾਜ਼ੀਦੀਨ ਨੇ ਜਦੋਂ ਹਮਲਾ ਕਰ ਦਿੱਤਾ ਤੇ ਹੁਣ ਨਜ਼ੀਮ ਖਾਨ ਨੇ ਸੋਚਿਆ ਵੀ ਮੇਰੀ ਕੋਈ ਮਦਦ ਨਹੀਂ ਕਰ ਸਕਦਾ। ਮਰਹੱਟੇ ਜਿਹੜੇ ਸਨ ਉਹ ਗਾਜ਼ੀਦੀਨ ਦੀ ਸਹਾਇਤਾ ਤੇ ਉਤਰ ਆਏ। ਨਜ਼ੀਮ ਖਾਨ ਇਕੱਲਾ ਰਹਿ ਗਿਆ, ਇਹਨੂੰ ਵੀ ਮਦਦ ਚਾਹੀਦੀ ਸੀ। ਇਹਨੇ ਫਿਰ ਜਾ ਕੇ ਗਿਲਜਿਆਂ ਨਾਲ ਅਹਿਮਦ ਸ਼ਾਹ ਅਬਦਾਲੀ ਨਾਲ ਸੰਧੀ ਕੀਤੀ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਪਠਾਣਾਂ ਦੇ ਹੱਥੋਂ ਨਜ਼ੀਮ ਖਾਨ ਰੋਹੇਲਾ ਮੁਗਲਾਂ ਨੂੰ ਇਸੇ ਤਰ੍ਹਾਂ ਮਰਾਉਣਾ ਚਾਹੁੰਦਾ ਹੈ। ਇਸ ਵਿਧੀ ਨਾਲ ਇਹ ਸਾਰੀ ਖੇਡ ਸਤਿਗੁਰੂ ਜੀ ਆਪ ਹੀ ਬਣਾਉਂਦੇ ਹਨ। ਤੁਰਕਾਂ ਦੇ ਕੋਲੋਂ ਤੁਰਕਾਂ ਨੂੰ ਹੀ ਮਰਾ ਰਹੇ ਨੇ। ਜਿਵੇਂ ਪਹਿਲਾਂ ਪਠਾਨ ਰਾਜ ਕਰਦੇ ਸਨ, ਮੁਗਲਾਂ ਕੋਲੋਂ ਪਠਾਨਾਂ ਨੂੰ ਮਰਾਇਆ, ਹੁਣ ਮੁਗਲ ਰਾਜ ਕਰਦੇ ਨੇ ਤੇ ਮੁਗਲਾਂ ਨੂੰ ਫਿਰ ਪਠਾਨਾਂ ਦੇ ਕੋਲੋਂ ਪਰਮੇਸ਼ਰ ਨੇ ਮਰਵਾਇਆ ਹੈ। ਜਦੋਂ ਹਿੰਦੁਸਤਾਨ ਦਾ ਰਾਜ ਤਹਿਸ ਨਹਿਸ ਹੋ ਗਿਆ, ਹਿੰਦੁਸਤਾਨ ਦੇ ਚਾਰ ਵੱਡੇ ਵਜ਼ੀਰ ਆਪਣਾ ਆਪਣਾ ਪ੍ਰਾਂਤ ਮਲ ਕੇ ਬਹਿ ਗਏ। ਗਾਜ਼ੀਦੀਨ ਤੇ ਨਜ਼ੀਮ ਖਾਨ ਰੋਹੇਲਾ ਆਪਸ ਵਿੱਚ ਲੜਨ ਲੱਗ ਪਏ। ਇੱਧਰ ਇਸ ਸਮੇਂ ਵਿੱਚ ਸਿੰਘਾਂ ਦਾ ਦਾਅ ਲੱਗ ਗਿਆ ਹੈ। ਸਿੰਘ ਹੁਣ ਹਰ ਰੋਜ਼ ਚੜ੍ਹ ਕੇ ਜਾਂਦੇ ਨੇ ਤੇ ਤੁਰਕਾਂ ਨੂੰ ਮਾਰਦੇ ਹਨ। ਹੁਣ ਉਹ ਦੋਨੇ ਖਾਲਸੇ ਦੇ ਵੈਰੀ ਸਨ, ਚਾਹੇ ਪਠਾਨ ਸਨ ਚਾਹੇ ਮੁਗਲ ਸਨ, ਉਹ ਖਾਲਸੇ ਦੇ ਵੈਰੀ ਸਨ। ਖਾਲਸਾ ਉਹਨਾਂ ਨੂੰ ਮਾਰਦਾ ਹੈ ਤੇ ਪਠਾਨ ਤੇ ਮੁਗਲ ਦੋਨੇ ਰਲ ਕੇ ਖਾਲਸੇ ਨੂੰ ਮਾਰਦੇ ਹਨ। ਸਤਿਗੁਰਾਂ ਦੀ ਕਿਰਪਾ ਨਾਲ ਗੁਰੂ ਕਾ ਖਾਲਸਾ ਪੰਥ ਇਹਨਾਂ ਦੋਨਾਂ ਨੂੰ ਗਾਲਦਾ, ਦੋਨਾਂ ਨੂੰ ਨਾਸ਼ ਕਰਦਾ ਹੈ। ਗਾਜ਼ਦੀਨ ਜਿਹੜਾ ਸੀਗਾ, ਜਿਹਨੂੰ ਗਾਜ਼ੀਦੀਨ ਵੀ ਕਹਿੰਦੇ ਨੇ, ਗਾਜ਼ੀਦੀਨ ਨੇ ਮਰਹੱਟਿਆਂ ਨੂੰ ਸੱਦ ਲਿਆ ਤੇ ਮਰਹੱਟਿਆਂ ਨੂੰ ਸੱਦ ਕੇ ਇਹਨੇ ਨਜ਼ੀਮ ਖਾਨ ਰੋਹੇਲੇ ਨੂੰ ਘੇਰਾ ਪਾ ਲਿਆ ਹੈ। ਨਜ਼ੀਮ ਖਾਨ ਰੋਹੇਲੇ ਨੇ ਵੇਖਿਆ ਵੀ ਮੇਰੀ ਮਦਦ ਕੌਣ ਕਰੇਗਾ। ਇਹ ਜਾ ਕੇ ਅਹਿਮਦ ਸ਼ਾਹ ਅਬਦਾਲੀ ਨਾਲ ਰਲ ਗਿਆ ਤੇ ਇਸ ਤਰ੍ਹਾਂ ਕਾਬਲ ਤੋਂ ਅਹਿਮਦ ਸ਼ਾਹ ਅਬਦਾਲੀ ਨੂੰ ਆਪਣੀ ਮਦਦ ਲਈ ਸੱਦ ਲਿਆ ਹੈ। ਨਜ਼ੀਮ ਖਾਨ ਰੋਹੇਲੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਕਾਬਲ ਤੋਂ ਬੁਲਾ ਲਿਆ ਹੈ। ਅਹਿਮਦ ਸ਼ਾਹ ਅਬਦਾਲੀ ਨੇ ਆ ਕੇ ਫਿਰ ਜੰਗ ਕੀਤਾ ਗਾਜ਼ੀਦੀਨ ਦੇ ਨਾਲ ਤੇ ਮਰਹੱਟਿਆਂ ਦੇ ਕੋਲੋਂ ਨਜ਼ੀਮ ਖਾਨ ਰੋਹੇਲੇ ਦੀ ਜਾਨ ਛੁਡਾਈ ਹੈ। ਅਬਦਾਲੀ ਨੇ ਲਾਹੌਰ ਤੇ ਸਰਹੰਦ ਦਾ ਜਿੰਨਾ ਇਲਾਕਾ ਸੀ ਸਾਰਾ ਮੱਲ ਲਿਆ।
ਛਡਾਏ ਲਈ ਮਰਹੱਟੇ ਤੇ ਦਿੱਲੀ। ਇਧਰ ਮਰਹੱਟਿਆਂ ਦੇ ਕੋਲੋਂ ਦਿੱਲੀ ਵੀ ਛਡਾ ਲਈ, ਕਿਉਂਕਿ ਮਰਹੱਟਿਆਂ ਨੇ ਕਬਜ਼ਾ ਕਰ ਲਿਆ ਸੀ ਨਾ ਦਿੱਲੀ ਦੇ ਉੱਤੇ, ਤੇ ਮਰਹੱਟਿਆਂ ਦੇ ਕੋਲੋਂ ਨੇ ਦਿੱਲੀ ਵੀ ਛੁਡਾ ਲਈ ਹੈ। ਰਾਸਤੀ ਫੇਰ ਮਰਹੱਟੇ ਬੁਲਾਏ। ਜਿਹੜਾ ਗਾਜ਼ੀ ਦੀਨ ਸੀ ਉਹ ਫਿਰ ਨਹੀਂ ਹਟਿਆ, ਉਹਨੇ ਫਿਰ ਦੁਬਾਰਾ ਮਰਹੱਟਿਆਂ ਨੂੰ ਆਪਣੀ ਮਦਦ ਲਈ ਬੁਲਾ ਲਿਆ। ਸੋ ਵੇਲੇ ਨੇ ਗਿਰਦ ਕਰਵਾਏ। ਇਸ ਤਰ੍ਹਾਂ ਲਿਆ ਕੇ ਉਹਨੇ ਚਾਰ ਚੁਫੇਰੇ ਨਜੀਬ ਖਾਨ ਦੇ ਘੇਰਾ ਪਵਾ ਦਿੱਤਾ ਤੇ ਉਹਦੇ ਦਿਵਾਲੇ ਕਰ ਦਿੱਤੇ ਵੀ ਇਹਦੇ ਕੋਲੋਂ ਰਾਜ ਭਾਗ ਖੋ ਲਓ। ਵੇਲੇ ਨੇ ਫਿਰ ਸੱਦੇ ਪਠਾਨ। ਰਹੇਲਾ ਨਜ਼ੀਮ ਖਾਨ ਜਿਹੜਾ ਸੀ ਉਹਨੇ ਫਿਰ ਅਬਦਾਲੀ ਸਾਧ ਲਿਆ। ਇਹਨਾਂ ਨੇ ਇਸੇ ਤਰ੍ਹਾਂ ਹੀ ਹਿੰਦੁਸਤਾਨ ਗਰਕ ਕਰ ਦਿੱਤਾ। ਇਹਨਾਂ ਲੋਕਾਂ ਨੇ ਹਿੰਦੁਸਤਾਨ ਵਿੱਚੋਂ ਕਿਤੇ ਨਾਦਰ ਸ਼ਾਹ ਆਇਆ ਤੇ 25 ਕਰੋੜ ਰੁਪਏ ਇਕੱਠਾ ਕਰਕੇ ਲੈ ਗਿਆ। ਸੋਨਾ ਹੀਰੇ ਜਵਾਹਰਾਤ ਜੋ ਕੁਝ ਕੀਮਤੀ ਸਮਾਨ ਸੀ ਲੈ ਗਿਆ ਤੇ ਖੋਖਲਾ ਕਰ ਦਿੱਤਾ ਹਿੰਦੁਸਤਾਨ। ਕਦੇ ਨਾਦਰ ਸ਼ਾਹ, ਕਦੇ ਬਾਬਰ ਚੜ੍ਹ ਕੇ ਆ ਗਿਆ, ਕਦੇ ਅਹਿਮਦ ਸ਼ਾਹ ਅਬਦਾਲੀ ਆ ਗਿਆ, ਕਦੇ ਤਮੂਰ ਉਹਦਾ ਪੁੱਤਰ ਨਾਲ ਆ ਗਿਆ। ਇਹੀ ਕੁਝ ਕਰਦੇ ਰਹੇ। ਕਿਤੇ ਸੋਨੇ ਦੀ ਚਿੜੀ ਕਹਿਣ ਵਾਲਾ ਪੰਜਾਬ ਇਹਨਾਂ ਨੇ ਗਰਕ ਕਰ ਦਿੱਤਾ। ਸਾਰਾ ਹੀ ਹਿੰਦੁਸਤਾਨ ਸਾਰਾ ਗਰਕ ਕਰ ਦਿੱਤਾ, ਖੋਖਲਾ ਕਰ ਦਿੱਤਾ। ਅੱਜ ਭਾਵੇਂ ਇੱਥੋਂ ਦਾ ਉੱਥੋਂ ਦਾ ਬਾਹਰੋਂ ਜਿਵੇਂ ਡਾਲਰ ਹੁੰਦਾ ਨਾ, ਪੌਂਡ ਹੁੰਦਾ ਹੈ, ਤੇ ਇੱਥੇ ਪੌਂਡ ਦੇ ਮੇਰੇ ਖਿਆਲ 90 ਕੁ ਰੁਪਈਏ 92 ਰੁਪਈਏ ਜਾਂ 95 ਰੁਪਈਏ ਬਣਦੇ। ਅਮਰੀਕਨ ਡਾਲਰ 65 70 ਦੇ ਲਾਗੇ ਤਾਗੇ ਹੈ। ਉਦੋਂ ਸਾਧ ਸੰਗਤ ਜੀ 1 ਰੁਪਈਏ ਦੇ ਡਾਲਰ ਇੰਨੇ ਮਿਲ ਜਾਂਦੇ ਸੀਗੇ। ਇੰਨਾ ਪੈਸਾ ਸੀ ਹਿੰਦੁਸਤਾਨ ਦੇ ਵਿੱਚ। ਬਸ ਇਹ ਪਠਾਨ ਆ ਗਏ, ਕਦੇ ਮੁਗਲ ਆ ਗਏ, ਤੇ ਇੱਥੇ ਆਉਂਦੇ ਨੇ ਤੇ ਲੁੱਟ ਕੇ ਲੈ ਜਾਂਦੇ ਨੇ। ਗਾਜ਼ੀ ਦੀਨ ਮਰਹੱਟਿਆਂ ਨੂੰ ਨਾਲ ਲੈ ਕੇ ਹਮਲਾ ਕਰਾ ਦਿੰਦਾ ਦਿੱਲੀ ਉੱਪਰ ਰਾਜ ਭਾਗ ਹੋਣ ਵਾਸਤੇ। ਤੇ ਜਿਹੜਾ ਨਜੀਬ ਖਾਨ ਰੋਹੇਲਾ ਸੀ ਉਹ ਆਪਣੀ ਮਦਦ ਵਾਸਤੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾ ਲੈਂਦਾ। ਹੁਣ ਜਿੰਨੀ ਵਾਰੀ ਅਹਿਮਦ ਸ਼ਾਹ ਅਬਦਾਲੀ ਆਂਦਾ ਹਿੰਦੁਸਤਾਨ ਨੂੰ ਲੁੱਟ ਕੇ ਲੈ ਕੇ ਜਾਂਦਾ ਹੈ। ਸੋ ਕਰ ਆਇਓ ਕਾਬਲੋ ਤਾਣ। ਇਸ ਤਰ੍ਹਾਂ ਜਦੋਂ ਨਜੀਬ ਖਾਨ ਰੋਹੇਲੇ ਨੇ ਫਿਰ ਦੁਬਾਰਾ ਅਬਦਾਲੀ ਨੂੰ ਸੱਦਿਆ ਤੇ ਉਹ ਪੂਰਾ ਤਾਣ ਲਾ ਕੇ ਇੱਥੇ ਆਇਆ ਹੈ। ਮੀਰ ਮੰਨੂ ਕੋ ਸੁਸਤੀ ਭਈ। ਇਧਰ ਲਾਹੌਰ ਦਾ ਗਵਰਨਰ ਸੀ ਮੀਰ ਮੰਨੂ, ਉਹਨੂੰ ਸੁਸਤੀ ਪੈ ਗਈ। ਦਿੱਲੀ ਤੇ ਕੁਛ ਮਦਦ ਨਾ ਆਈ। ਕਾਰਨ ਇਹ ਸੀ ਕਿ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ ਸੀ, ਉਹਨੂੰ ਮਦਦ ਕਿੱਥੋਂ ਮਿਲਣੀ ਸੀ? ਕਿਉਂਕਿ ਦਿੱਲੀ ਦਾ ਗਵਰਨਰ ਉਹਨੇ ਇਹਨੂੰ ਬਣਾਇਆ ਸੀਗਾ। ਕਮਰਦੀਨ ਵਜ਼ੀਰ ਦਾ ਉਹ ਪੁੱਤਰ ਸੀ ਮੀਰ ਮੰਨੂ, ਤੇ ਅਹਿਮਦ ਸ਼ਾਹ ਅਬਦਾਲੀ ਨਾਲ ਲੜਦਾ ਕਮਰਦੀਨ ਮਾਰਿਆ ਗਿਆ ਸੀ। ਇਹਨੇ ਆ ਕੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਸ਼ਾਹ ਨਵਾਜ਼ ਜ਼ਕਰੀਆ ਖਾਨ ਦੇ ਪੁੱਤਰ ਨੂੰ ਭਜਾ ਦਿੱਤਾ ਉੱਥੋਂ। ਤੇ ਇਸ ਕਰਕੇ ਇਹਨੂੰ ਹੁਣ ਦਿੱਲੀ ਤੋਂ ਮਦਦ ਨਾ ਮਿਲੀ, ਕਿਉਂਕਿ ਮੁਹੰਮਦ ਸ਼ਾਹ ਰੰਗੀਲਾ ਮਰ ਗਿਆ ਸੀਗਾ। ਇਹਨੂੰ ਵੀ ਸੁਸਤੀ ਜੀ ਪੈਦਾ ਹੋ ਗਈ ਵੀ ਹੁਣ ਮੈਂ ਕੀ ਕਰਾਂ, ਕਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜਾ ਕੇ ਜੰਗ ਕਰਾਂ, ਉਹਦਾ ਟਾਕਰਾ ਕਿਵੇਂ ਕਰਾਂ। ਆਨ ਕਾਬਲੀ ਸ਼ਹਦਰੇ ਪਰਿਓ। ਲਾਹੌਰ ਦੇ ਲਾਗੇ ਇੱਕ ਸ਼ਹਿਰ ਪੈਂਦਾ ਜਿਹਨੂੰ ਸ਼ਾਹਦਰੇ ਕਹਿੰਦੇ ਹਨ। ਵਿੱਚ ਲਾਹੌਰ ਕੋੜਾ ਮਲ ਅੜਿਓ। ਤੇ ਅਹਿਮਦ ਸ਼ਾਹ ਅਬਦਾਲੀ ਨੇ ਸ਼ਾਹਦਰੇ ਆ ਕੇ ਆਪਣਾ ਪੜਾਅ ਕਰ ਲਿਆ। ਤੇ ਇਧਰ ਜਿਹੜਾ ਦੀਵਾਨ ਕੌੜਾ ਮਲ ਸੀਗਾ ਉਹ ਅਹਿਮਦ ਸ਼ਾਹ ਅਬਦਾਲੀ ਨਾਲ ਜੰਗ ਕਰਨ ਵਾਸਤੇ ਅੜ ਗਿਆ ਹੈ। ਤਿੰਨ ਸਿੰਘਾਂ ਕੋ ਲਿਖਿਓ ਬਣਾਈ। ਸਾਧ ਸੰਗਤ ਜੀ ਉਹਨੇ ਫਿਰ ਸਿੰਘਾਂ ਨੂੰ ਇੱਕ ਚਿੱਠੀ ਲਿਖ ਕੇ ਭੇਜੀ ਹੈ। ਤੁਮ ਹਿੰਦੂ ਇੱਕ ਗੁਰ ਭਾਈ। ਆਖਿਆ ਵੀ ਮੈਂ ਦੀਵਾਨ ਕੌੜਾ ਮਲ ਹਿੰਦੂ ਹਾਂ ਤੇ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਿੱਖ ਹੋ। ਅਸੀਂ ਫਿਰ ਵੀ ਗੁਰ ਭਾਈ ਹਾਂ ਤੇ ਮੈਂ ਖਾਲਸੇ ਨਾਲ ਬੜਾ ਪ੍ਰੇਮ ਕਰਦਾ, ਖਾਲਸੇ ਦਾ ਸਤਿਕਾਰ ਕਰਦਾ ਹਾਂ। ਦੀਨ ਮਜ਼ਹਬ ਕੀ ਬਾਤ ਸੁਣਾਈ। ਉਹਨਾਂ ਨੇ ਦੀਨ ਮਜ਼ਹਬ ਦੇ ਜੰਗ ਦੀ ਗੱਲ ਕੀਤੀ ਵੀ ਇਹ ਦੀਨ ਮਜ਼ਹਬ ਦਾ ਜੰਗ ਹੈ। ਖਾਲਸਾ ਜੀ ਮੇਰੀ ਮਦਦ ਕਰੋ ਆ ਕੇ, ਇਹ ਜਿਹੜੇ ਗਿਲਜੇ ਹਨ ਇਹਨਾਂ ਨੂੰ ਤੁਸੀਂ ਮਾਰ ਕੇ ਇੱਥੋਂ ਭਜਾ ਦਿਓ। ਮੈਂ ਤੁਹਾਨੂੰ ਆਪਣੇ ਕੋਲੋਂ ਖਰਚਾ ਵੀ ਦਿਆਂਗਾ, ਰਸਤਾ ਬਸਤਾਂ ਦਾ, ਸ਼ਸਤਰ, ਘੋੜੇ, ਜੋ ਚਾਹੀਦਾ ਹੈ, ਸਿੱਕਾ, ਦਾਰੂ ਆਦਿਕ ਸਭ ਕੁਝ ਮਿਲੇਗਾ। ਇੱਥੋਂ ਤਾਈਂ ਕਿ ਮੀਰ ਮੰਨੂ ਨੂੰ ਤਿਆਰ ਕਰ ਲਿਆ ਕਿ ਖਾਲਸੇ ਨੂੰ ਟਕੇ ਦਿੱਤੇ ਜਾਣ, ਉਹਨਾਂ ਨੂੰ ਮਾਇਆ ਆਦਿਕ ਦਿੱਤੀ ਜਾਵੇ। ਇਹ ਸਾਰਾ ਕੁਝ ਮੀਰ ਮੰਨੂ ਦੇ ਪਾਸੋਂ ਦੀਵਾਨ ਕੌੜਾ ਮਲ ਨੇ ਲਿਖਤੀ ਤੌਰ ਤੇ ਲੈ ਲਿਆ ਹੈ। ਇਸ ਤਰ੍ਹਾਂ ਚਿੱਠੀ ਲਿਖ ਕਰਕੇ ਗੁਰੂ ਖਾਲਸੇ ਪੰਥ ਦੇ ਵਿੱਚ ਭੇਜ ਦਿੱਤੀ ਹੈ। ਦੀਵਾਨ ਕੌੜਾ ਮਲ ਨੇ ਚਿੱਠੀ ਵਿੱਚ ਲਿਖਿਆ ਕਿ ਇਹ ਗਨੀਮ, ਇਹ ਦੁਸ਼ਮਣ ਜਿਹੜਾ ਚੜ੍ਹ ਕੇ ਆਇਆ ਹੈ, ਪਹਿਲਾਂ ਅਸੀਂ ਇਹਨੂੰ ਹਿੰਦੁਸਤਾਨ ਚੋਂ ਵਾਪਸ ਮੋੜ ਦਈਏ, ਉਸ ਤੋਂ ਬਾਅਦ ਫਿਰ ਅਸੀਂ ਬਹਿ ਕੇ ਗੱਲ ਕਰਾਂਗੇ। ਭਾਵ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਸੰਧੀ ਕਰਾਂਗੇ, ਮਿੱਤਰਤਾ ਕਰਾਂਗੇ। ਮੀਰ ਮੰਨੂ ਕੋਲੋਂ ਇਹ ਕਹਾ ਲਿਆ ਦੀਵਾਨ ਕੌੜਾ ਮਲ ਨੇ ਵੀ ਜਿਹੜੇ ਸਾਡੇ ਤੋਂ ਆਕੀ ਰਹਿ ਗਏ ਨੇ, ਜਿਹੜੇ ਸਰਕਾਰ ਦੇ ਖਿਲਾਫ ਨੇ, ਸਿੰਘੋ ਤੁਸੀਂ ਉਹਦੇ ਤੇ ਹਮਲਾ ਕਰਿਓ
ਤੇ ਉਹ ਇਲਾਕਾ ਤੁਸੀਂ ਮੱਲ ਲਿਓ। ਜਿਹੜਾ ਇਲਾਕਾ ਤੁਸੀਂ ਮੱਲੋਗੇ ਉਹ ਤੁਹਾਨੂੰ ਅਸੀਂ ਦੇ ਦੇਵਾਂਗੇ। ਜਗਤੇ ਬੰਦੇ ਰੋਕਾ ਪਹਾੜ। ਜਦੋਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਾੜ ਦੇ ਇਲਾਕੇ ਦੇ ਵਿੱਚ ਜਾ ਕੇ ਪਹਾੜੀਆਂ ਦੀ ਮਦਦ ਕੀਤੀ ਸੀ, ਉਹਨਾਂ ਲੋਕਾਂ ਨੂੰ ਮਨਾ ਕਰ ਦਿੱਤਾ ਸੀ ਤੁਸੀਂ ਸਰਕਾਰ ਦਾ, ਗਵਰਨਮੈਂਟ ਦਾ ਟੈਕਸ ਨਹੀਂ ਭਰਨਾ। ਉਹ ਜਿਹੜੇ ਲੋਕ ਸਨ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ, ਖਾਲਸੇ ਨੂੰ ਟੈਕਸ ਦਿੰਦੇ ਸਨ। ਪੈਸਾ ਨਾ ਆਇਆ ਤੁਰਕਨ ਪਾਰ। ਪਰ ਸਮੇਂ-ਸਮੇਂ ਨਾਲ ਉਹ ਵੀ ਬਦਲਦੇ ਰਹੇ। ਉਹਨਾਂ ਨੇ ਨਾ ਸਿੰਘਾਂ ਨੂੰ ਟੈਕਸ ਦਿੱਤਾ ਤੇ ਨਾ ਹੀ ਉਹਨਾਂ ਨੇ ਜਿਹੜਾ ਟੈਕਸ ਸੀਗਾ ਉਹ ਤੁਰਕਾਂ ਨੂੰ ਦਿੱਤਾ। ਇਸ ਕਰਕੇ ਫਿਰ ਦੀਵਾਨ ਕੌੜਾ ਮੱਲ ਨੇ ਮੀਰ ਮਨੂੰ ਕੋਲੋਂ ਕਹਾਇਆ ਕਿ ਇਹ ਪਹਾੜੀਏ ਜਿੰਨੇ ਵੀ ਨੇ ਇਹਨਾਂ ਨੇ ਤੁਰਕਾਂ ਨੂੰ ਕਦੇ ਟੈਕਸ ਵਸੂਲ ਨਹੀਂ ਦਿੱਤਾ। ਉਹਨੇ ਖਾਲਸੇ ਸੋ ਕਰੀ ਖੁਆਰੀ। ਔਰ ਜਦੋਂ ਖਾਲਸਾ ਉੱਥੇ ਗਿਆ, ਆਪਾਂ ਕਥਾ ਸੁਣੀ ਹੈ ਪਿੱਛੇ ਪੜੋਲ ਕਟੂਹੇ ਦਾ ਜਿਹੜਾ ਛੋਟਾ ਘੱਲੂਘਾਰਾ ਹੋਇਆ, ਉੱਥੇ ਇਹਨਾਂ ਲੋਕਾਂ ਨੇ ਕਿੰਨੀ ਸਿੰਘਾਂ ਦੀ ਖੁਆਰੀ ਕੀਤੀ, ਸਿੰਘਾਂ ਦਾ ਕਿੰਨਾ ਨੁਕਸਾਨ ਕੀਤਾ ਹੈ। ਤੇ ਦੀਵਾਨ ਕੌੜਾ ਮੱਲ ਨੇ ਉਹਦੇ ਦੀ ਉਦਾਹਰਣ ਦਿੱਤੀ ਕਿ ਜਦੋਂ ਤੁਸੀਂ ਉਸ ਇਲਾਕੇ 'ਚ ਗਏ ਸੀ ਇਹਨਾਂ ਨੇ ਖਾਲਸੇ ਦੀ ਬੜੀ ਖੁਆਰੀ ਕੀਤੀ ਹੈ। ਮੁਲਕ ਮੱਲੋ ਤੁਮ ਸੁੱਤੇ ਧਾਰੀ। ਮੀਰ ਮਨੂੰ ਕਹਿੰਦਾ ਹੈ ਕਿ ਮੇਰੇ ਵੱਲੋਂ ਖੁੱਲੀ ਛੂਟ ਹੈ, ਤੁਸੀਂ ਪਹਾੜੀ ਇਲਾਕੇ ਵਿੱਚ ਜਾਓ, 7 ਧਾਰਾਂ ਦਾ ਪਹਾੜੀ ਜਿੰਨਾ ਵੀ ਇਲਾਕਾ ਸਾਰਾ ਤੁਸੀਂ ਮੱਲ ਲਓ। ਪੜੋਲ ਕਠੂਹੇ ਬਸੌਲੀ ਵਾਰੀ। ਪੜੋਲ ਕਠੂਹਾ ਤੇ ਬਸੌਲੀ ਜਿਹੜਾ ਨਗਰ ਹੈ, ਇਹੋ ਬਦਲੇ ਤੁਮ ਦੂਣ ਭੀ ਸਾਰੀ। ਇੱਥੋਂ ਦੇ ਲੋਕਾਂ ਨੇ ਸਭ ਤੋਂ ਜ਼ਿਆਦਾ ਸਿੰਘਾਂ ਦਾ ਨੁਕਸਾਨ ਕੀਤਾ ਸੀ। ਜਦੋਂ ਛੋਟਾ ਘੱਲੂਘਾਰਾ ਹੋਇਆ ਨਾ, ਕਾਹਨੂੰਵਾਨ ਦੀਆਂ ਛੰਮਾਂ ਵਾਲਾ, ਤੇ ਇਹਨਾਂ 3 ਪਿੰਡਾਂ ਦੇ ਲੋਕਾਂ ਨੇ ਸਿੰਘਾਂ ਨੂੰ ਬਹੁਤ ਤੰਗ ਕੀਤਾ ਸੀਗਾ। ਤੇ ਮੀਰ ਮਨੂੰ ਕਹਿੰਦਾ ਤੁਸੀਂ ਆਪਣਾ ਬਦਲਾ ਵੀ ਲੈ ਲਿਓ ਉਹਨਾਂ ਦੇ ਕੋਲੋਂ, ਇਸ ਕਰਕੇ ਇੱਕ ਵਾਰੀ ਸਾਡੀ ਮਦਦ ਕਰ ਦਿਓ, ਮੁੜ ਕੇ ਤੁਸੀਂ ਜਿਵੇਂ ਕਹੋਗੇ ਅਸੀਂ ਉਵੇਂ ਕਰਾਂਗੇ। ਉਗਰਾਹੀਆ ਪੈਸਾ ਜਿੱਤੋ ਪੰਜਾਬ। ਤੇ ਜਿੰਨਾ ਵੀ ਪੰਜਾਬ ਹੈ, ਪੰਜਾਬ ਦੇ ਵਿੱਚੋਂ ਤੁਸੀਂ ਪੈਸਾ ਉਗਰਾ ਲਓ। ਮੈਂ ਪਹਾੜਨ ਮੈਂ ਇਤਨੋ ਤਾਬ। ਤੇ ਇਹ ਜਿਤਨਾ ਵੀ ਪਹਾੜੀ ਇਲਾਕਾ ਨਾ ਤੁਹਾਡੀ ਤਾਬਿਆ ਹੋਇਆ, ਅੱਜ ਤੋਂ ਬਾਅਦ ਇਹ ਪਹਾੜੀ ਇਲਾਕਾ ਤੁਹਾਡਾ, ਤੁਸੀਂ ਇਹਦੇ ਤੇ ਰਾਜ ਕਰੋ, ਇਹਨਾਂ ਕੋਲੋਂ ਟੈਕਸ ਲਓ, ਜੋ ਤੁਹਾਡਾ ਜੀ ਕਰਦਾ ਤੁਸੀਂ ਕਰਿਓ। ਦੋਹਰਾ ਸੋ ਸੂ ਸਿੰਘ ਇਕੱਤਰ ਭਏ ਕਰਕੇ ਸੋ ਅਰਦਾਸ। ਜਦੋਂ ਚਿੱਠੀ ਆਈ ਤੇ ਦੀਵਾਨ ਸੱਜ ਗਿਆ ਤੇ 100 ਕੁ ਸਿੰਘ ਇਕੱਤਰ ਹੋ ਗਏ। ਸਿੰਘਾਂ ਨੇ ਆਪਸ ਵਿੱਚ ਗੁਰਮਤਾ ਕੀਤਾ ਤੇ ਫੈਸਲਾ ਕਰ ਲਿਆ ਵੀ ਚਲੋ ਆਪਾਂ ਚੱਲ ਕੇ ਦੀਵਾਨ ਕੌੜਾ ਮੱਲ ਦੀ ਮਦਦ ਕਰਦੇ ਹਾਂ। ਉਹ ਮੀਰ ਮਨੂੰ ਕਰਕੇ ਨਹੀਂ, ਦੀਵਾਨ ਕੌੜਾ ਮੱਲ ਕਰਕੇ ਮਦਦ ਕਰਦੇ ਸਨ, ਕਿਉਂਕਿ ਉਹ ਸਿੰਘਾਂ ਦੇ ਪ੍ਰੇਮੀ ਸਨ। ਤੇ ਗੁਰੂ ਖਾਲਸੇ ਪੰਥ ਨੇ ਫਿਰ ਅਰਦਾਸ ਸੋਧੀ ਮਹਾਰਾਜ ਦੇ ਚਰਨਾਂ ਵਿੱਚ। ਤੇਰਾ ਘੜੀਏ ਕੀਆ ਚੜੇ ਕੋੜਾ ਮਲ ਪਾਸ। ਇੱਥੋਂ ਚੱਲ ਕੇ ਵੈਸੇ ਇੱਥੇ ਪਾਠ ਬਣੀਏ ਹੈ, ਘੜੀਏ ਪਾਠ ਲਿਖਿਆ ਹੋਇਆ। ਲਾਹੌਰ ਦੇ ਲਾਗੇ ਇੱਕ ਪਿੰਡ ਪੈਂਦਾ ਸੀ ਜਿਹਨੂੰ ਬਣੀਏ ਪਿੰਡ ਕਹਿੰਦੇ ਸਨ, ਤੇ ਸਿੰਘ ਸਾਰੇ ਇਕੱਤਰ ਹੋ ਕਰਕੇ ਇਸ ਤਰ੍ਹਾਂ ਉੱਥੇ ਚਲੇ ਗਏ। ਉਹਨਾਂ ਨੇ ਬਣੀਏ ਪਿੰਡ ਦੇ ਵਿੱਚ ਜਾ ਕੇ ਸਿੰਘਾਂ ਨੇ ਆਪਣਾ ਪੜਾਅ ਕਰ ਲਿਆ ਤੇ ਦੀਵਾਨ ਕੌੜਾ ਮੱਲ ਨੂੰ ਸਿੰਘ ਉੱਥੇ ਮਿਲੇ ਹਨ। ਚੋਪਈ ਤਬ ਆਪਸ ਮੈਂ ਸਿੰਘ ਹੀ ਲੜੇ। ਉੱਥੇ ਫਿਰ ਇਹੋ ਜੀ ਕਲਾ ਮਹਾਰਾਜ ਦੀ ਵਰਤ ਗਈ, ਕਿਉਂਕਿ ਜਦੋਂ ਮਿਸਲਾਂ ਬਣ ਗਈਆਂ, ਨਵਾਬ ਕਪੂਰ ਸਿੰਘ ਜੀ ਨੇ 5 ਜਥੇ ਬਣਾਏ ਸਨ ਤੇ ਉਹਨਾਂ ਤੋਂ ਬਾਅਦ ਫਿਰ 12 ਮਿਸਲਾਂ ਬਣ ਗਈਆਂ ਸਨ, 7 ਮਿਸਲਾਂ ਬਾਅਦ ਵਿੱਚ ਬਣੀਆਂ। ਤੇ ਇਸ ਪ੍ਰਕਾਰ ਜਦੋਂ ਮਿਸਲਾਂ ਆਪਸ ਵਿੱਚ ਰਾਜ ਕਰਨ ਲੱਗ ਪਈਆਂ, ਸਾਰਿਆਂ ਨੂੰ ਆਪਣੀ ਆਪਣੀ ਪੈ ਗਈ ਵੀ ਇਹ ਮੇਰਾ ਇਲਾਕਾ ਹੈ, ਇਹ ਮੇਰਾ ਇਲਾਕਾ ਹੈ। ਜਦੋਂ ਕਬਜ਼ੇ ਕਰਨ 'ਚ ਪੈ ਗਏ ਨਾ, ਤੇ ਉਦੋਂ ਸਿੰਘ ਵੀ ਲੜਨ ਲੱਗ ਪਏ ਸਨ ਮਿਸਲਾਂ ਵੇਲੇ ਆਪਸ ਦੇ ਵਿੱਚ। ਇੱਥੇ ਵੀ ਕੁਝ ਅਜਿਹੀ ਖੇਡ ਵਰਤੀ ਕਿ ਜਦੋਂ ਇਹਨਾਂ ਨੇ ਬਣੀਏ ਪਿੰਡ ਦੇ ਵਿੱਚ ਸਿੰਘਾਂ ਨੇ ਪੜਾਅ ਕੀਤਾ ਤੇ ਉੱਥੇ ਸਿੰਘ ਆਪਸ ਵਿੱਚ ਲੜ ਪਏ ਹਨ। ਆਪਣੀ ਆਪ ਖੁਆਰੀ ਪਰੇ। ਹੁਣ ਸਿੰਘ ਆਪਣੀ ਖੁਆਰੀ ਦੇ ਵਿੱਚ ਆਪ ਹੀ ਪੈ ਗਏ, ਇੱਕ ਦੂਜੇ ਨੂੰ ਮਾਰਨ ਲੱਗ ਪਏ ਹਨ। ਹਰੀ ਸਿੰਘ ਭੰਗੀ ਦਗਾ ਕਮਾਇਆ। ਅਸਲ ਵਿੱਚ ਹਰੀ ਸਿੰਘ ਭੰਗੀ ਨੇ ਦਗਾ ਕੀਤਾ, ਧੋਖਾ ਕੀਤਾ ਇੱਕ ਤਰ੍ਹਾਂ। ਖੁਸ਼ਹਾਲ ਸਿੰਘ ਰਾਮਗੜੀਆ ਘਾਇਆ। ਸਰਦਾਰ ਖੁਸ਼ਹਾਲ ਸਿੰਘ ਰਾਮਗੜੀਆ, ਇਹ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਭਰਾ ਸੀਗਾ ਤੇ ਸਰਦਾਰ ਹਰੀ ਸਿੰਘ ਭੰਗੀ ਨੇ ਉਹਨੂੰ ਮਾਰ ਦਿੱਤਾ ਸੀਗਾ। ਜਿਹੜਾ ਸਰਦਾਰ ਹਰੀ ਸਿੰਘ ਭੰਗੀ ਸੀਗਾ, ਸਰਦਾਰ ਭੂਮਾ ਸਿੰਘ ਦਾ ਪੁੱਤਰ ਸੀਗਾ। ਤੇ ਜਿਹੜੀਆਂ 12 ਮਿਸਲਾਂ ਸਨ, 12 ਮਿਸਲਾਂ ਵਿੱਚੋਂ ਸਭ ਤੋਂ ਜ਼ਿਆਦਾ ਤਾਕਤਵਰ ਜਿਹੜੀ ਮਿਸਲ ਸੀ ਨਾ, ਉਹ ਭੰਗੀਆਂ ਦੀ ਮਿਸਲ ਮੰਨੀ ਜਾਂਦੀ ਸੀ। ਹਰੀ ਸਿੰਘ ਭੰਗੀ ਮੁਖੀ ਸਨ ਉਸ ਮਿਸਲ ਦੇ। ਭੰਗੀ ਇਹਦਾ ਨਾਂ ਕਿੱਥੋਂ ਪਿਆ? ਅਸਲ 'ਚ ਇਹ ਕਿਹਾ ਜਾਂਦਾ ਵੀ ਸਰਦਾਰ ਹਰੀ ਸਿੰਘ ਦੇਗ ਬਹੁਤ ਛਕਦੇ ਸਨ, ਸ਼ਹੀਦੀ ਦੇਗ ਸੁੱਖਾ ਜ਼ਿਆਦਾ ਛਕਦੇ ਸਨ। ਤੇ ਹੌਲੀ ਹੌਲੀ ਫਿਰ ਉਹ ਕਹਿੰਦੇ ਵੀ ਇਹ ਭੰਗੀ ਹੈ, ਤੇ ਉਹਨਾਂ ਦੇ ਨਾਂ ਤੋਂ ਹੀ ਇਹਦਾ ਹੱਲ ਪੈ ਗਈ ਵੀ ਭੰਗੀਆਂ ਵਾਲੀ ਮਿਸਲ ਵੱਜਣ ਲੱਗ ਪਈ।
ਇਹਨਾਂ ਨੂੰ ਫਿਰ ਭੰਗੀਆਂ ਦੀ ਮਿਸਲ ਕਹਿਣ ਲੱਗ ਪਏ। ਤੇ ਜਿਹੜੇ ਸਰਦਾਰ ਹਰੀ ਸਿੰਘ ਭੰਗੀ, ਇਹ ਮਿਸਲ ਇੰਨੀ ਕੁ ਤਾਕਤਵਰ ਸੀ ਨਾ ਉਸ ਸਮੇਂ ਦੇ ਵਿੱਚ, ਜਦੋਂ ਹਿੰਦੁਸਤਾਨ ਦੇ ਵਿੱਚ ਅਬਦਾਲੀ ਆਇਆ ਤੇ ਅਬਦਾਲੀ ਨੂੰ ਸਿੰਘਾਂ ਨੇ ਲੁੱਟ ਲਿਆ। ਉਹ ਜਾਂਦੀ ਵਾਰੀ ਬਰਾਸ ਪਿੱਤਲ ਦੇ ਭਾਂਡੇ ਇਕੱਠੇ ਕਰਕੇ ਲੈ ਗਿਆ ਇੱਥੋਂ, ਕਹਿੰਦਾ ਤੁਹਾਨੂੰ ਅਕਲ ਸਿਖਾਵਾਂਗਾ। ਅਗਲੀ ਵਾਰੀ ਉਹ ਇੱਕ ਤੋਪ ਬਣਾ ਕੇ ਲੈ ਕੇ ਆਇਆ, ਪਿੱਤਲ ਦੀ ਬਰਾਸ ਦੀ ਤੋਪ ਬਣਾ ਕੇ ਲੈ ਕੇ ਆਇਆ। ਭਾਂਡੇ ਢਾਲ ਕੇ ਨਾ ਉਹਨੇ ਤੋਪ ਬਣਾਈ ਤੇ ਉਹ ਭਾਂਡੇ ਲੁੱਟ ਕੇ ਵੀ ਇੱਥੋਂ ਲੈ ਕੇ ਗਿਆ, ਕਾਂਸੀ ਦੇ ਪਿੱਤਲ ਦੇ ਜੋ ਕੁਝ ਮਿਲਿਆ ਇਕੱਠਾ ਕਰਕੇ ਲੈ ਗਿਆ। ਇੰਨੀ ਤਾਕਤਵਰ ਤੋਪ ਸੀ, ਜਦੋਂ ਉਹਦਾ ਤੋਪ ਦਾ ਨਾਮ ਸੀ ਜ਼ਮਜ਼ਮਾ ਤੋਪ। ਉਹ ਅੱਜ ਵੀ ਮੌਜੂਦ ਹੈ। ਖਾਲਸੇ ਨੇ ਵੱਡੀ ਮਾਰ ਮਾਰੀ, ਜਦੋਂ ਅਬਦਾਲੀ ਤੋਪ ਲਿਆ ਉਹਨੇ ਤੋਪ ਦਾ ਵਾਰ ਕੀਤਾ ਤੇ ਭੰਗੀਆਂ ਨੇ ਪਹਿਲੇ ਹੱਲੇ ਵਿੱਚ ਅਬਦਾਲੀ ਕੋਲੋਂ ਤੋਪ ਖੋਹ ਲਈ। ਉਹ ਅੱਜ ਵੀ ਉਹ ਤੋਪ ਮੌਜੂਦ ਹੈ, ਉਹਨੂੰ ਜਮਜਮਾ ਤੋਪ ਕਹਿੰਦੇ ਨੇ। ਇਸ ਕਰਕੇ ਇਹਨਾਂ ਮਿਸਲਾਂ ਵਿੱਚੋਂ ਸਰਦਾਰ ਹਰੀ ਸਿੰਘ ਭੰਗੀ ਦੀ ਮਿਸਲ ਸਭ ਤੋਂ ਜ਼ਿਆਦਾ ਤਾਕਤਵਰ ਮੰਨੀ ਜਾਂਦੀ ਸੀ। ਤੇ ਸਰਦਾਰ ਹਰੀ ਸਿੰਘ ਭੰਗੀ, ਉਹਨਾਂ ਨੇ ਜੱਸਾ ਸਿੰਘ ਰਾਮਗੜੀਆ, ਉਹਨਾਂ ਦਾ ਜਿਹੜਾ ਭਰਾ ਸੀ ਸਰਦਾਰ ਕੁਸ਼ਾਲ ਸਿੰਘ ਰਾਮਗੜੀਆ, ਉਹਨੂੰ ਮਾਰ ਦਿੱਤਾ ਹੈ। ਸਭ ਸਿੰਘਾਂ ਨੇ ਮਾਨਿਓ ਬੁਰਾ। ਇਹ ਗੱਲ ਫਿਰ ਸਾਰੇ ਸਿੰਘਾਂ ਨੇ ਬੁਰੀ ਮੰਨੀ, ਕਿਉਂਕਿ ਸਿੰਘ ਸਿੰਘ ਨੂੰ ਮਾਰੇ ਇਹ ਸਭ ਤੋਂ ਬੁਰੀ ਗੱਲ ਹੈ। ਜਿੱਥੇ ਸਿੰਘ ਇੱਕ ਦੂਜੇ ਵਾਸਤੇ ਜਾਨ ਦੇਣ ਨੂੰ ਤਿਆਰ ਨੇ, ਉੱਥੇ ਜੇ ਸਿੰਘ ਸਿੰਘ ਦਾ ਕਤਲ ਕਰ ਦੇ ਤੇ ਫਿਰ ਇਹ ਗੱਲ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ। ਸਾਰੇ ਖਾਲਸੇ ਪੰਥ ਨੇ ਇਸ ਗੱਲ ਨੂੰ ਬੜਾ ਬੁਰਾ ਮੰਨਿਆ ਹੈ। ਫਿਰ ਸਾਰੇ ਸਿੰਘ ਇਕੱਠੇ ਹੋ ਗਏ ਤੇ ਉਹਨਾਂ ਨੇ ਭੰਗੀਆਂ ਦੇ ਡੇਰੇ ਤੇ ਹਮਲਾ ਕਰ ਦਿੱਤਾ। ਤੇ ਜਿੱਥੇ ਹਰੀ ਸਿੰਘ ਭੰਗੀ ਨੇ ਡੇਰਾ ਲਾਇਆ ਸੀ ਤੇ ਸਿੰਘਾਂ ਨੇ ਉਹਦਾ ਡੇਰਾ ਲੁੱਟ ਲਿਆ ਹੈ। ਜਦੋਂ ਭੰਗੀਆਂ ਨੇ ਇਹ ਗੱਲ ਸੁਣੀ ਕਿ ਖਾਲਸਾ ਪੰਥ ਸਾਡੇ ਡੇਰੇ ਤੇ ਆ ਪਿਆ ਹੈ, ਜਿਹੜੇ ਭੰਗੀ ਸਨ ਉਹ ਡੇਰਾ ਛੱਡ ਕੇ ਭੱਜ ਗਏ। ਉਹਨਾਂ ਨੂੰ ਪਤਾ ਸੀ ਵੀ ਜੇ ਇੱਥੇ ਹੁਣ ਜੰਗ ਕਰਾਂਗੇ ਤੇ ਮਾਰੇ ਜਾਵਾਂਗੇ। ਉਹਨਾਂ ਨੇ ਵੀ ਮੌਕਾ ਵੇਖਿਆ ਤੇ ਭੰਗੀ ਆਪਣਾ ਡੇਰਾ ਛੱਡ ਕੇ ਭੱਜ ਗਏ ਹਨ। 10,000 ਭੰਗੀ ਭੱਜੇ, ਸਿੰਘ ਪੜੇ ਲੈ 20। ਜਦੋਂ ਸਾਰੇ ਸਿੰਘਾਂ ਨੇ ਹਮਲਾ ਕੀਤਾ ਨਾ ਤੇ ਉਹਨਾਂ ਸਿੰਘਾਂ ਦੀ ਗਿਣਤੀ ਸੀ 20,000 ਤੇ ਜਿਹੜੇ ਭੰਗੀ ਸਨ ਉਹ ਸੀ 10,000। 20,000 ਸਿੰਘਾਂ ਨੇ 10,000 ਭੰਗੀਆਂ ਦੇ ਉੱਤੇ ਹਮਲਾ ਕਰ ਦਿੱਤਾ ਹੈ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਤੁਸੀਂ ਇਉਂ ਕਹਿ ਲਓ ਵੀ 10,000 ਭੰਗੀ ਉਹ ਭੱਜ ਗਏ ਸਨ ਤੇ 20,000 ਬਾਕੀ ਸਿੰਘ ਸਨ, ਵੀ ਟੋਟਲ ਇਹਨਾਂ ਦੀ ਗਿਣਤੀ 30,000 ਸੀ ਜਿਹੜੇ ਲੜਾਕੂ ਤੇ ਲੜਨ ਵਾਲੇ ਸਿੰਘ ਸਨ। ਇਸ ਤਰ੍ਹਾਂ ਫਿਰ ਸਿੰਘਾਂ ਨੇ ਜਾ ਕੇ ਨਾ ਤੇ ਲਾਹੌਰ ਆਪਣਾ ਡੇਰਾ ਕਰ ਲਿਆ ਹੈ। ਉਥੇ ਸ਼ਾਲਮਾਰ ਬਾਗ ਪੈਂਦਾ ਹੈ ਤੇ ਸ਼ਾਲਮਾਰ ਬਾਗ ਦੇ ਨੇੜੇ ਜਾ ਕੇ ਸਿੰਘਾਂ ਨੇ ਆਪਣਾ ਵਾਸਾ ਕੀਤਾ ਹੈ। ਸਾਧ ਸੰਗਤ ਜੀ, ਸਵੇਰ ਦਾ ਸਮਾਂ ਸੀਗਾ ਤੇ ਸੁਭਾਵਕ ਹੀ, ਹਾਲਾਂਕਿ ਸੱਦਿਆ ਤਾਂ ਦੀਵਾਨ ਕੌੜਾ ਮੱਲ ਨੇ ਸੀ, ਮੀਰ ਮੰਨੂ ਨੇ ਮਦਦ ਵਾਸਤੇ ਸੱਦਿਆ ਸੀ। ਸਿੰਘਾਂ ਨੇ ਉੱਥੇ ਆਪਣਾ ਡੇਰਾ ਕੀਤਾ ਸੀ ਤੇ ਸਵੇਰ ਦਾ ਸਮਾਂ ਤੇ ਸਿੰਘ ਵੈਸੇ ਹੀ ਸੈਰ ਤੇ ਨਿਕਲ ਗਏ ਘੋੜਿਆਂ ਤੇ ਸਵਾਰ ਹੋ ਕੇ। ਤੇ ਜਿਹੜਾ ਲਾਹੌਰੀ ਗੇਟ ਸੀ ਨਾ, ਜਦੋਂ ਉਸ ਲਾਹੌਰੀ ਗੇਟ ਦੇ ਕੋਲ ਦਰਵਾਜ਼ੇ ਕੋਲ ਸਿੰਘ ਪਹੁੰਚੇ ਹਨ, ਉੱਥੇ ਨਾ ਕਸਾਈ ਜਿਹੜੇ ਸਨ, ਕਸਾਈ ਗਊ ਨੂੰ ਫੜ ਕੇ ਤੇ ਉਹਨੂੰ ਮਾਰ ਰਹੇ ਸਨ। ਇਹ ਤਾਂ ਪੁਰਾਤਨ ਰੀਤ ਚੱਲੀ ਆਉਂਦੀ ਸੀ ਉੱਥੇ ਲਾਹੌਰ ਦੀ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਗਏ ਨਾ ਤੇ ਲਾਹੌਰ ਦੇ ਵਿੱਚ ਕਸਾਈ ਗਊਆਂ ਮਾਰ ਰਹੇ ਸਨ ਤੇ ਗੁਰੂ ਸਾਹਿਬ ਜੀ ਨੂੰ ਵੇਖ ਕੇ ਕਹਿਣਾ ਪਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਮਹਾਰਾਜ ਨੂੰ ਇਹ ਬਚਨ ਕਹਿਣੇ ਪਏ ਕਿਉਂਕਿ ਸਵੇਰੇ ਸਵੇਰੇ ਕਸਾਈ ਗਊਆਂ ਨੂੰ ਵੱਢ ਰਹੇ ਸਨ। ਮਹਾਰਾਜ ਕਹਿੰਦੇ ਐਡਾ ਵੱਡਾ ਪਾਪ, ਜੀਵ ਹੱਤਿਆ ਕਰ ਰਹੇ ਹੋ ਤੁਸੀਂ, ਐਡਾ ਵੱਡਾ ਪਾਪ ਕਰ ਰਹੇ ਹੋ। ਜਦੋਂ ਖਾਲਸਾ ਸਵੇਰੇ ਚੜ੍ਹਿਆ ਤੇ ਕਸਾਈ ਗਊਆਂ ਨੂੰ ਫੜ ਕੇ ਉਹਨਾਂ ਨੂੰ ਮਾਰ ਰਹੇ ਸਨ। ਸਿੰਘਾਂ ਕੋਲੋਂ ਇਹ ਗੱਲ ਸਹੀ ਨਾ ਗਈ ਤੇ ਸਾਰਾ ਖਾਲਸਾ ਪੰਥ ਇਕੱਤਰ ਹੋਇਆ ਤੇ ਉਹਨਾਂ ਨੇ ਕਸਾਈ ਫੜ ਲਏ ਤੇ ਮਾਰ ਦਿੱਤੇ। ਉੱਥੇ ਰੌਲਾ ਪੈ ਗਿਆ ਜਦੋਂ ਸਿੰਘਾਂ ਨੇ ਕਸਾਈ ਮਾਰੇ ਤੇ ਜਿੰਨੇ ਵੀ ਉੱਥੋਂ ਦੇ ਕਸਾਈ ਹੋਰ ਜਿਹੜੇ ਲੋਕ ਸਨ ਉਹ ਇਕੱਠੇ ਹੋ ਗਏ। ਉਹਨਾਂ ਨੇ ਦਰਵਾਜ਼ਿਆਂ ਦੇ ਵਿੱਚ ਆ ਕਰਕੇ ਤੇ ਹੜਤਾਲ ਕਰ ਦਿੱਤੀ, ਦਰਵਾਜ਼ੇ ਰੋਕ ਦਿੱਤੇ ਹਨ। ਸ਼ਹਿਰ ਦੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਸਿੰਘਾਂ ਤੇ ਹਮਲਾ ਕਰਕੇ ਤੇ ਸਿੰਘਾਂ ਦੀ ਫੌਜ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇੱਥੇ ਵੀ ਫਿਰ ਸਿੰਘਾਂ ਦੀ ਖੁਆਰੀ ਹੋਣ ਲੱਗ ਪਈ ਹੈ। ਹੁਣ ਜਦੋਂ ਦਿਨ ਦਾ ਤੀਸਰਾ ਪਹਿਰ ਹੋਇਆ
ਤੇ ਤੀਸਰੇ ਪਹਿਰ ਦੇ ਵਿੱਚ ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ ਉਹਨਾਂ ਨੇ ਸ਼ਹੀਦੀ ਰਗੜਾ ਤਿਆਰ ਕੀਤਾ ਤੇ ਸ਼ਹੀਦੀ ਰਗੜਾ ਛਕ ਕੇ ਦੇਗਾ ਪਾਣੀ ਛਕ ਕੇ ਤੇ ਇਸ ਤਰ੍ਹਾਂ ਉਹ ਘੋੜੇ ਤੇ ਸਵਾਰ ਹੋ ਕੇ ਨਾ ਤੇ ਆਪਣਾ ਡੇਰਾ ਛੱਡ ਕੇ ਬਾਹਰ ਨੂੰ ਨਿਕਲ ਗਏ ਹਨ। ਸ਼ਾਮ ਸਿੰਘ ਕੋ ਪਾਲਕੋ ਕੰਬੋ ਮਾੜੀ ਵਾਨ। ਬਾਬਾ ਸ਼ਾਮ ਸਿੰਘ ਦੇ ਉਹ ਪਾਲਕ ਪੁੱਤਰ ਸਨ, ਉਹਨਾਂ ਨੇ ਪ੍ਰੇਮ ਨਾਲ ਪਾਲਿਆ ਸੀ। ਭਾਈ ਸੁੱਖਾ ਸਿੰਘ ਦੀ ਕਥਾ ਆਪਾਂ ਪਿੱਛੇ ਸੁਣੀ ਆਏ ਆ। ਸਿੰਘ ਸਜੇ ਸਨ, ਇਹਨੂੰ ਤੁਰਕਾਂ ਦੀ ਫੌਜ ਜਦੋਂ ਲੱਭਣ ਵਾਸਤੇ ਆਈ, ਛੋਟੇ ਸਨ ਤੇ ਉਦੋਂ ਕੁਦਰਤੀ ਬਾਹਰ ਸਨ, ਘਰ ਤੋਂ ਘਰ ਵਿੱਚ ਨਹੀਂ ਸਨ ਤੇ ਮਾਤਾ ਪਿਤਾ ਨੇ ਬਾਅਦ ਵਿੱਚ ਭੱਜੇ ਨਾਲ ਘਰ ਵਿੱਚ ਲੈ ਕੇ ਤੇ ਇਹਨਾਂ ਦੇ ਸੁੱਤੇ ਪਿਆਂ ਦੇ ਕੇਸ ਕਤਲ ਕਰ ਦਿੱਤੇ ਤੇ ਨਾ ਖੂਹ 'ਚ ਛਾਲ ਮਾਰ ਦਿੱਤੀ ਸੀ। ਤੇ ਉਥੋਂ ਫਿਰ ਇੱਕ ਸਿੰਘ ਨੇ ਆਖਿਆ ਮਰਨਾ ਤੇ ਤੁਰਕਾਂ ਦੇ ਸਿਰ ਲੱਗ ਕੇ ਮਰ, ਐਵੇਂ ਕਿਉਂ ਜ਼ਿੰਦਗੀ ਗਵਾਉਣਾ। ਉਥੋਂ ਭਾਈ ਸੁੱਖਾ ਸਿੰਘ ਬਾਬਾ ਸ਼ਾਮ ਸਿੰਘ ਜੀ ਉਹਨਾਂ ਦੇ ਪਾਸ ਆ ਗਏ, ਅੰਮ੍ਰਿਤ ਛਕਿਆ ਤੇ ਬਾਬਾ ਸ਼ਾਮ ਸਿੰਘ ਜੀ ਨੇ ਇਹਨਾਂ ਨੂੰ ਪੁੱਤਰ ਬਣਾ ਕੇ ਪਾਲਿਆ ਇਹਨਾਂ ਨੂੰ। ਇਸ ਪ੍ਰਕਾਰ ਭਾਈ ਸੁੱਖਾ ਸਿੰਘ ਜੀ ਜਿਹੜੇ ਸਨ ਉਹ ਬਾਬਾ ਸ਼ਾਮ ਸਿੰਘ ਦੇ ਪਾਲਕ ਪੁੱਤਰ ਹਨ। ਚੋਪਈ ਤਬ ਦਿਨ ਕਰੀ ਨਾ ਕਛੂ ਸਲਾਹੇ। ਜਦੋਂ ਭਾਈ ਸੁੱਖਾ ਸਿੰਘ ਬਾਹਰ ਨਿਕਲੇ ਨਾ ਤੀਜੇ ਪਹਿਰ ਵਕਤ, ਉਦੋਂ ਉਹਨਾਂ ਨੇ ਸਿੰਘਾਂ ਦੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ। ਲੰਗਿਓ ਰਾਵੀ ਗਾਹਣ ਪਾਏ। ਅਸਲ ਦੇ ਵਿੱਚ ਉਹ ਸੁੱਤੇ ਸਿੱਧੀ ਜਿਵੇਂ ਕਹਿ ਲਓ ਵੀ ਜੰਗਲ ਪਾਣੀ ਗਏ ਸਨ, ਖੇਡੇ ਮਹੱਲੇ ਗਏ ਸਨ, ਦੁਪਹਿਰ ਦਾ ਸਮਾਂ ਸੀਗਾ, ਉਹ ਕਿਹੜਾ ਜੰਗ ਕਰਨ ਵਾਸਤੇ ਚੱਲੇ ਸਨ। ਉਹਨਾਂ ਨੇ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ, ਘੋੜੇ ਤੇ ਸਵਾਰ ਹੋਏ ਤੇ ਕੁਝ ਕੁ ਸਿੰਘਾਂ ਦਾ ਜਥਾ ਲੈ ਕੇ ਉੱਥੋਂ ਚਲੇ ਗਏ ਹਨ। ਇਸਕੇ ਪਾਛੇ ਲੱਗੇ ਨੇ ਹੰਗ। ਰਾਵੀ ਪਾਰ ਕਰ ਲਈ ਭਾਈ ਸੁੱਖਾ ਸਿੰਘ ਨੇ ਤੇ ਪਿੱਛੇ ਪਿੱਛੇ ਨਿਹੰਗ ਸਿੰਘ ਦੀਆਂ ਜਿਹੜੀਆਂ ਫੌਜਾਂ ਦਾ ਜਥਾ ਉਹਨਾਂ ਦੇ ਨਾਲ ਸੀ, ਉਹ ਵੀ ਰਾਵੀ ਪਾਰ ਕਰ ਗਿਆ ਹੈ। ਤੇ ਕਿਸੇ ਨੇ ਗਿਣਤੀ ਵੀ ਨਹੀਂ ਕੀਤੀ ਵੀ ਕਿੰਨੇ ਕੁ ਸਿੰਘ ਨੇ। ਜੰਗਲ ਪਾਣੀ ਗਏ ਸਨ, ਇਸ ਕਰਕੇ ਕਿਸੇ ਨੇ ਬਹੁਤਾ ਖਿਆਲ ਵੀ ਨਹੀਂ ਕੀਤਾ। ਅੱਗੇ ਕਿਤੇ ਅਹਿਮਦ ਸ਼ਾਹ ਅਬਦਾਲੀ ਨੇ ਡੇਰਾ ਲਾਇਆ ਹੋਇਆ ਸੀਗਾ। ਦੇਵਨਿਤ ਜਦੋਂ ਭਾਈ ਸੁੱਖਾ ਸਿੰਘ ਜੀ ਜੰਗਲ ਪਾਣੀ ਗਏ ਨਾ ਤੇ ਅੱਗੇ ਅਹਿਮਦ ਸ਼ਾਹ ਅਬਦਾਲੀ ਨੇ ਡੇਰਾ ਲਾਇਆ ਹੋਇਆ ਸੀ। ਝਾੜ ਚ ਪਾਟਣ ਉਤਰਤ ਭਏ। ਜਿਹੜੇ ਸਿੰਘ ਸਨ ਉਹ ਚਲਦੇ ਚਲਦੇ ਕਿਤੇ ਉਹ ਡੇਰੇ ਦੇ ਨੇੜੇ ਤੁਰ ਗਏ। ਘੋੜਿਆਂ ਤੋਂ ਸਿੰਘ ਉਤਰੇ ਤੇ ਝਾੜੀਆਂ ਦੇ ਵਿੱਚ ਚਲੇ ਗਏ ਹਨ। ਰਾਵੀ ਜਲ ਸੂਸ ਚੇਤੋ ਕੀਓ। ਉੱਥੋਂ ਫਿਰ ਰਾਵੀ ਦੇ ਜਲ ਦੇ ਵਿੱਚ ਜਾ ਕੇ ਸਿੰਘਾਂ ਨੇ ਸੁਚੇਤਾ ਕੀਤਾ, ਸੋਚ ਕੀਤੀ ਹੈ। ਉਧਰ ਗਿਲਜਿਆਂ ਦੇ ਵਿੱਚ ਰੌਲਾ ਪੈ ਗਿਆ ਹੈ। ਉਹ ਗਿਲਜੇ ਜਿਹੜੇ ਸਨ ਉਹਨਾਂ ਸੋਚਿਆ ਵੀ ਓਂ ਜਾਪਦਾ ਵੀ ਜਿਵੇਂ ਪੰਜਾਬ ਵਾਲੇ ਸਿੰਘਾਂ ਦਾ ਦਲ ਚੜ ਕੇ ਆ ਗਿਆ ਹੈ। ਉਧਰ ਅਬਦਾਲੀ ਵੀ ਖਲੋ ਖਲੋ ਕੇ ਵੇਖੇ, ਲੱਗਦਾ ਵੀ ਸਿੰਘਾਂ ਨੇ ਹਮਲਾ ਕਰ ਦਿੱਤਾ ਹੈ। ਅਹਿਮਦ ਸ਼ਾਹ ਅਬਦਾਲੀ ਦੇ ਦਿਲ ਦੇ ਵਿੱਚ ਖਤਰਾ ਪੈ ਗਿਆ ਵੀ ਮੈਂ ਤਾਂ ਹੁਣ ਮਾਰਿਆ ਜਾਵਾਂਗਾ ਜੇ ਸਿੰਘਾਂ ਨੇ ਹਮਲਾ ਕਰ ਦਿੱਤਾ। ਤੇ ਸਿੰਘਾਂ ਦੀ ਫੌਜ ਵੇਖ ਕੇ ਅਹਿਮਦ ਸ਼ਾਹ ਨੇ ਆਪਣੇ ਦਿਲ ਦੇ ਵਿੱਚ ਕੁਝ ਧੀਰਜ ਨਹੀਂ ਧਾਰਿਆ। ਉਸੇ ਵਕਤ ਉਹ ਘੋੜੇ ਦੇ ਉੱਪਰ ਸਵਾਰ ਹੋ ਗਿਆ। ਉਹਨੇ ਆਪਣੇ ਮੂਹਰੇ 4 ਦਸਤੇ ਕੀਤੇ ਫੌਜ ਦੇ, 12-12 ਹਜ਼ਾਰ ਫੌਜ ਦੇ 4 ਦਸਤੇ ਜਿਹੜੇ ਸਨ ਕਰੀਬਨ 48,000 ਦੀ ਫੌਜ ਬਣ ਗਈ। ਵੀ ਇੱਕ ਦਸਤਾ 12,000 ਦਾ ਹੋ ਗਿਆ, 2 24 ਦੇ ਤੇ 4 ਦਸਤੇ 48,000 ਦੇ। 48,000 ਫੌਜ ਦੇ 4 ਦਸਤੇ ਬਣਾ ਲਏ, ਜਥੇ ਬਣਾ ਲਏ ਤੇ ਮੂਹਰੇ ਕਰਕੇ ਤੁਰ ਪਿਆ ਹੈ। ਉਹ ਕਹਿਣ ਲੱਗੇ ਵੀ ਸਾਡੇ ਉੱਪਰ ਇਸ ਤਰ੍ਹਾਂ ਹਿੰਦੁਸਤਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਤੇ ਜੇ ਅਸੀਂ ਇੱਥੋਂ ਪਿਛਾਂ ਨੂੰ ਨੱਠ ਕੇ ਜਾਵਾਂਗੇ ਤੇ ਅਸੀਂ ਕਾਬਲ ਕਿਵੇਂ ਪਹੁੰਚਾਂਗੇ, ਕਦੋਂ ਕਾਬਲ ਪਹੁੰਚਾਂਗੇ, ਕਿਵੇਂ ਸਾਡੀ ਜਾਨ ਬਚੇਗੀ। ਇਹਦੇ ਨਾਲੋਂ ਚੰਗਾ ਵੀ ਇਹਨਾਂ ਦਾ ਮੁਕਾਬਲਾ ਕਰੋ, ਜੇ ਭੱਜਾਂਗੇ ਤਾਂ ਸਾਡੇ ਪਿੱਛੇ ਪੈ ਜਾਏਗਾ। ਹਾਲਾਂਕਿ ਸਿੰਘਾਂ ਨੂੰ ਤਾਂ ਪਤਾ ਨਹੀਂ ਸੀਗਾ ਵੀ ਇਹ ਖੇਡ ਕੀ ਵਰਤਨ ਦੀ ਹੈ। ਇਉਂ ਕਹਿ ਲਓ ਵੀ ਉਹ ਦੁਪਹਿਰੇ ਵੈਸੇ ਹੀ ਆਏ ਸਨ। ਉਧਰ ਗਿਲਜੀਆਂ ਨੂੰ ਖਤਰਾ ਪੈ ਗਿਆ ਵੀ ਉਹ ਸਾਡੇ ਤੇ ਚੜ ਕੇ ਆ ਗਏ ਤੇ ਕਾਬਲੀ ਕਹਿਣ ਲੱਗਾ, ਕਾਬਲੀ ਅਹਿਮਦ ਸ਼ਾਹ ਅਬਦਾਲੀ ਨੂੰ ਕਹਿੰਦੇ ਨੇ ਵੀ ਜੇ ਪਿਛਾਂ ਭੱਜੇ ਤੇ ਕਿਤੇ ਨਾ ਹੋਵੇ ਵੀ ਸਾਨੂੰ ਇਹ ਮਾਰ ਨਾ ਦੇਣ, ਕਾਬਲ ਪਹੁੰਚਣਾ ਵੀ ਔਖਾ, ਇਹਦੇ ਨਾਲੋਂ ਚੰਗਾ ਵੀ ਇਹਨਾਂ ਦੇ ਨਾਲ ਟਾਕਰਾ ਕਰੋ। ਹੁਣ ਉਹ ਹਥਿਆਰ ਲੈ ਕੇ ਸਿੰਘਾਂ ਦੇ ਮੂਹਰੇ ਹੋ ਗਏ ਹਨ। ਸਿੰਘਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਫੌਜਾਂ ਲੈ ਕੇ ਸਿੰਘਾਂ ਦੇ ਮੂਹਰੇ ਆ ਖਲੋਤਾ ਹੈ। ਅਸਲ ਦੇ ਵਿੱਚ ਜਦੋਂ ਰਾਵੀ ਦੇ ਕੰਢੇ ਸਿੰਘਾਂ ਨੇ ਸੁਚੇਤਾ ਕੀਤਾ ਤੇ ਕੁਝ ਕੁ ਸਿੰਘ ਜਿਹੜੇ ਸਨ ਉਹ ਉਥੋਂ ਵਾਪਸ ਚਲੇ ਗਏ ਸਨ, ਉਹ ਆਪਣੇ ਡੇਰੇ ਚਲੇ ਗਏ ਤੇ ਉੱਥੇ ਹੁਣ ਕੁਝ ਕੁ ਗਿਣਤੀ ਦੇ ਸਿੰਘ ਰਹਿ ਗਏ ਸਨ।
ਆਏ। ਕੁਝ ਸਿੰਘ ਉੱਥੋਂ ਚਲੇ ਗਏ ਸਨ, ਕੁਝ ਉੱਥੇ ਹੀ ਰਹਿ ਗਏ ਸਨ। ਤੇ ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਹੁਣ ਕਿੰਨੀ ਕੁ ਸਿੰਘਾਂ ਦੀ ਗਿਣਤੀ ਕੀਤੀ ਜਾ ਸਕਦੀ, ਵੀ ਥੋੜੇ ਜਿਹੇ ਸਿੰਘ ਸਨ। ਭਾਈ ਸੁੱਖਾ ਸਿੰਘ ਫੌਜ ਆਵਤ ਜਾਨੀ। ਇਧਰ ਭਾਈ ਸੁੱਖਾ ਸਿੰਘ ਜੀ ਨੇ ਤੁਰਕਾਂ ਦੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੂੰ ਆਉਂਦਿਆਂ ਵੇਖਿਆ ਹੈ। ਆਪਣੇ ਥੋੜੀ ਮਾਨੀ। ਮਨ ਵਿੱਚ ਸੋਚਣ ਲੱਗੇ ਵੀ ਮੇਰੇ ਨਾਲ ਤਾਂ ਥੋੜੀ ਜੀ ਫੌਜ ਹੈ, ਥੋੜੀ ਜੀ ਫੌਜ ਮੇਰੇ ਨਾਲ ਹੈ ਤੇ ਕਿਵੇਂ ਮੈਂ ਮੁਕਾਬਲਾ ਕਰਾਂਗਾ। ਤਬ ਉਨ ਮਨ ਮੈਂ ਕੀਓ ਵਿਚਾਰ। ਇਸ ਤਰ੍ਹਾਂ ਫਿਰ ਆਪਣੇ ਮਨ ਦੇ ਅੰਦਰ ਭਾਈ ਸੁੱਖਾ ਸਿੰਘ ਜੀ ਨੇ ਵਿਚਾਰ ਕੀਤੀ ਹੈ। ਸਭੀ ਭਾਂਤ ਅਬ ਭਈ ਵਿਚਾਰ। ਕਹਿੰਦੇ ਵੀ ਹੁਣ ਤਾਂ ਹਰ ਪ੍ਰਕਾਰ ਤਾਂ ਲਾਚਾਰੀ ਹੋ ਗਈ ਹੈ। ਜੋ ਮੈਂ ਇਨਸੋ ਕਰੋ ਲੜਾਈ। ਜੇ ਤਾਂ ਮੈਂ ਅਹਿਮਦ ਸ਼ਾਹ ਫੌਜ ਦੇ ਨਾਲ ਲੜਾਈ ਕਰਾਂਗਾ, ਜੰਗ ਕਰਾਂਗਾ, ਇਨਸੋ ਨਹਿਵਾਰੇ ਮਾਈ। ਤੇ ਫਿਰ ਇਹਨਾਂ ਦੇ ਨਾਲ ਤਾਂ ਫਿਰ ਜੰਗ ਕਰਦਿਆਂ ਵਾਰ ਨਹੀਂ ਆਉਣੀ। ਭਾਵ ਕਿ ਅਸੀਂ ਤਾਂ ਗਿਣਤੀ ਦੇ ਸਿੰਘ ਹਾਂ ਤੇ ਉਧਰ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਲੈ ਕੇ ਆ ਗਿਆ ਹੈ। ਇਹ ਆਟਾ ਹਮ ਹਿੱਸਾ ਲੂਣ। ਔਰ ਅਹਿਮਦ ਸ਼ਾਹ ਅਬਦਾਲੀ ਆਟੇ ਵਾਂਗੂ ਹੈ ਤੇ ਅਸੀਂ ਇਸ ਤਰ੍ਹਾਂ ਜਿਵੇਂ ਲੂਣ ਹੋਈਏ। ਲੜਕੇ ਮਰਨ ਭਲੋ ਕੈ ਕੌਣ। ਹੁਣ ਇੱਥੇ ਤਾਂ ਸਭ ਤੋਂ ਵੱਡੀ ਚੀਜ਼ ਇਹੀ ਹੈ ਵੀ ਇੱਥੇ ਲੜ ਕੇ ਮਰਨਾ ਹੀ ਭਲਾ ਹੈ। ਜੇ ਅਬ ਹਮ ਜਾਵਾਂਗੇ ਭਾਜ। ਜੇ ਅਸੀਂ ਇੱਥੋਂ ਮੈਦਾਨੇ ਜੰਗ ਨੂੰ ਛੱਡ ਕੇ ਵਾਪਸ ਭੱਜਾਂਗੇ ਉਹ ਸਿੰਗਰ ਮੈਂ ਆਵੇ ਲਾਜ। ਫਿਰ ਸਿੰਘਾਂ ਦੇ ਵਿੱਚ ਜਾ ਕੇ ਸ਼ਰਮ ਮਹਿਸੂਸ ਹੋਏਗੀ। ਸਿੰਘ ਕਹਿਣਗੇ ਜਾਨ ਬਚਾਉਣ ਲਈ ਭੱਜ ਕੇ ਆ ਗਏ ਹੋ, ਫਿਰ ਚੰਗੀ ਗੱਲ ਨਹੀਂ ਪਿੱਛੇ ਜਾਣਾ। ਬਾਤ ਬੁਰੀ ਤਿਨ ਦੋ ਵਿਚਾਰੀ। ਇਸ ਤਰ੍ਹਾਂ ਸਿੰਘਾਂ ਨੇ ਫਿਰ ਇਸ ਗੱਲ ਨੂੰ ਬੜਾ ਬੁਰਾ ਵਿਚਾਰਿਆ ਹੈ। ਮਰੋ ਸੁ ਭਲੀ ਵਿਚਾਰੀ। ਭਾਈ ਸੁੱਖਾ ਸਿੰਘ ਜੀ ਕਹਿੰਦੇ ਮੈਂ ਤਾਂ ਇੱਥੇ ਹੀ ਲੜ ਕੇ ਮਰਾਂਗਾ, ਸ਼ਹੀਦ ਹੋਵਾਂਗਾ, ਨੱਠ ਕੇ ਪਿਛਾਂ ਨਹੀਂ ਜਾਵਾਂਗਾ। ਭਾਵੇਂ ਮੇਰੇ ਨਾਲ ਸਿੰਘ ਥੋੜੇ ਨੇ, ਮੇਰੇ ਲਈ ਚੰਗੀ ਗੱਲ ਇਹ ਹੈ ਵੀ ਮੈਂ ਇੱਥੇ ਸ਼ਹੀਦ ਹੋ ਜਾਵਾਂ। ਦੋਹਰਾ ਪਾਛੇ ਪਾਉ ਨਾ ਪਾਛਿਓ ਢਿੰਗ ਸਿੰਘਨ ਕੋ ਕਹਿ ਦੀਨ। ਸਾਧ ਸੰਗਤ ਜੀ, ਭਾਈ ਸੁੱਖਾ ਸਿੰਘ ਜੀ ਨੇ ਨਾਲ ਦੇ ਸਿੰਘਾਂ ਨੂੰ ਕਿਹਾ ਵੀ ਸਿੰਘੋ, ਜਿਹੜਾ ਤੁਹਾਡੇ ਚੋਂ ਜਾਣਾ ਚਾਹੁੰਦਾ ਵੀ ਉਹ ਜਾ ਸਕਦਾ ਹੈ, ਤੇ ਜਿਹੜਾ ਨਹੀਂ ਜਾਣਾ ਚਾਹੁੰਦਾ ਉਹ ਮੇਰੇ ਨਾਲ ਜੰਗ ਕਰੇ। ਪਰ ਮੇਰਾ ਇਹ ਫੈਸਲਾ ਹੈ ਕਿ ਮੈਂ ਆਪਣਾ ਪੈਰ ਪਿੱਛੇ ਨਹੀਂ ਪਾਵਾਂਗਾ, ਮੈਂ ਅੱਗੇ ਵੱਧ ਕੇ ਤੁਰਕਾਂ ਦੇ ਨਾਲ ਜੰਗ ਕਰਾਂਗਾ। ਇਹਾਂ ਸ਼ਹੀਦ ਹਮ ਹੋਵੇਂਗੇ ਲੜ ਕਰ ਮਜਵੇ ਦੀਨ। ਪਾਛੇ ਪਾਓ ਨਾ ਪਾਇਓ ਸਿੰਘੋ, ਪਿੱਛੇ ਪੈਰ ਨਹੀਂ ਪਾਉਣਾ। ਹੁਣ ਆਪਾਂ ਇੱਥੇ ਹੀ ਇਹਨਾਂ ਦੇ ਨਾਲ ਲੜ ਕੇ ਸ਼ਹੀਦ ਹੋਵਾਂਗੇ। ਲੜ ਕਰ ਮਜਬੇ ਦੀਨ। ਇਹ ਧਰਮ ਯੁੱਧ, ਇਹ ਧਰਮ ਮਜਬ ਦਾ ਜੰਗ ਹੈ, ਦੀਨ ਮਜਬ ਦਾ ਜੰਗ ਹੈ, ਧਰਮ ਯੁੱਧ ਹੈ। ਧਰਮ ਯੁੱਧ ਦੀ ਖਾਤਰ ਅਸੀਂ ਸਾਰੇ ਸਿੰਘ ਸ਼ਹੀਦ ਹੋ ਜਾਵਾਂਗੇ। ਜੋ ਪਈ ਕਹਿਓ ਸੁੱਖਾ ਸਿੰਘ ਸਾਥਨ ਵਾਰ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ ਹੈ, ਜਿਨ ਜਿੰਦ ਰੱਖਣੀ ਮੁਰਜਾਹੋ ਪਾਰ। ਸਿੰਘੋ, ਤੁਹਾਡੇ ਵਿੱਚੋਂ ਜੇ ਕਿਸੇ ਨੇ ਆਪਣੀ ਜਿੰਦ ਰੱਖਣੀ ਹੈ ਨਾ, ਭਾਵ ਜੇਕਰ ਕੋਈ ਜਾਨ ਬਚਾਉਣਾ ਚਾਹੁੰਦਾ ਹੈ ਤੇ ਹੁਣੇ ਰਾਵੀ ਪਾਰ ਹੋ ਜਾਓ। ਸਿੰਘਨ ਕਹਿਓ ਹਮ ਕਿਮ ਨਠ ਜਾਹੀ। ਸਿੰਘ ਕਹਿਣ ਲੱਗੇ ਭਾਈ ਸੁੱਖਾ ਸਿੰਘ, ਅਸੀਂ ਕਿਵੇਂ ਨੱਠ ਕੇ ਜਾਵਾਂਗੇ, ਤੂੰ ਵੀ ਗੁਰੂ ਕਾ ਸਿੱਖ, ਅਸੀਂ ਵੀ ਗੁਰੂ ਕੇ ਸਿੱਖ ਹਾਂ। ਸਾਧ ਤੋ ਸਾਡੇ ਸੁਨਹਿਰੋ ਖਾਹੀ। ਅਸੀਂ ਇੱਕੋ ਬਾਟੇ ਵਿੱਚ ਛਕਣ ਵਾਲੇ ਸੁਨਹਿਰੇ ਭਰਾ ਹਾਂ। ਅਸੀਂ ਸੁਨਹਿਰੇ ਭਰਾ ਹਾਂ, ਇੱਕੋ ਬਾਟੇ 'ਚ ਛਕਣ ਵਾਲੇ ਹਾਂ, ਤੇ ਅਸੀਂ ਇੱਥੋਂ ਇਸ ਤਰ੍ਹਾਂ ਜੰਗ ਛੱਡ ਕੇ ਕਿਵੇਂ ਜਾ ਸਕਦੇ ਹਾਂ। ਸ਼ਹੀਦੀ ਸਾਥ ਕਮਾਵੇ। ਅਸੀਂ ਤੁਹਾਡੇ ਨਾਲ ਹੀ ਸ਼ਹੀਦੀ ਪ੍ਰਾਪਤ ਕਰਾਂਗੇ। ਸ਼ਹੀਦਾਂ ਮੈਂ ਡੇਰਾ ਪਾਵੇ। ਸ਼ਹੀਦ ਹੋ ਕੇ ਸ਼ਹੀਦਾਂ ਦੇ ਪਾਸ ਦਰਗਾਹ ਵਿੱਚ ਜਾ ਕੇ ਡੇਰਾ ਪਾਵਾਂਗੇ। ਭਾਵ ਜਿੱਥੇ ਸ਼ਹੀਦ ਰਹਿੰਦੇ ਨੇ, ਸ਼ਹੀਦਾਂ ਦੇ ਵਿੱਚ ਜਾ ਕੇ ਅਸੀਂ ਵਸਾਂਗੇ। ਜਸ ਗੌਰੀਓ ਥੋ ਫੁੱਫੜ ਹਮਾਰਾ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਉੱਥੇ ਇੱਕ ਸਿੰਘ ਸੀ ਜਿਹਦਾ ਨਾਮ ਜਸ ਗੌਰੀਓ ਸੀ। ਜਿਹੜਾ ਜਸ ਗੌਰੀਓ ਸੀ ਉਹ ਸਾਡਾ ਫੁੱਫੜ ਲੱਗਦਾ ਸੀ। ਨਹਿ ਮੁੜਿਓ ਵਹਿ ਬਾਲ ਵਿਚਾਰਾ। ਉਹਨਾਂ ਦੀ ਉਮਰ ਬੜੀ ਛੋਟੀ ਸੀ। ਭਾਈ ਜਸ ਗੌਰੀਆ ਜਿਹੜਾ ਸੀ ਨਾ, ਉਹਦੀ ਉਮਰ ਛੋਟੀ ਸੀ। ਤੇ ਭਾਈ ਸੁੱਖਾ ਸਿੰਘ ਕਹਿਣ ਲੱਗੇ ਵੀ ਇਸ ਤਰ੍ਹਾਂ ਕਰ ਵੀ ਤੂੰ ਵਾਪਸ ਤੁਰ ਜਾ, ਤੇਰੀ ਉਮਰ ਛੋਟੀ ਹੈ, ਵੀ ਅਸੀਂ ਇੱਥੇ ਜੰਗ ਕਰਦੇ ਹਾਂ। ਉਹ ਬਾਲ ਸੀਗਾ, ਛੋਟਾ ਸੀ। ਉਹ ਕਹਿ ਲਓ ਵੀ ਹਲੇ ਜਵਾਨੀ ਜਿਵੇਂ ਸ਼ੁਰੂ ਹੋਈ ਹੁੰਦੀ ਹੈ, ਵੀ ਚਲੋ ਤੇਰੀ ਜ਼ਿਆਦਾ ਉਮਰ ਨਹੀਂ, ਵੀ ਤੂੰ ਰਹਿਣ ਦੇ, ਅਸੀਂ ਇੱਥੇ ਜੰਗ ਕਰਦੇ ਹਾਂ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਉਹ ਸਾਡਾ ਫੁੱਫੜ ਸੀ। ਤੇ ਜਸ ਗੌਰੀਆ ਜਿਹੜਾ, ਉਹ ਕਹਿਣ ਲੱਗਾ ਨਹੀਂ ਵੀ ਮੈਂ ਵਾਪਸ ਨਹੀਂ ਜਾਣਾ, ਮੈਂ ਇੱਥੇ ਤੁਹਾਡੇ ਨਾਲ ਮਿਲ ਕੇ ਤੁਰਕਾਂ ਨਾਲ ਜੰਗ ਕਰਕੇ ਸ਼ਹੀਦ ਹੋਣਾ ਹੈ। ਪਿਤਾ ਹਮਾਰਾ ਉਨ ਦਇਓ ਮੜੋਆ। ਉੱਥੇ ਕਹਿੰਦੇ ਭਾਈ ਰਤਨ ਸਿੰਘ ਜੀ ਵੀ ਮੇਰਾ ਪਿਤਾ ਭਾਈ ਰਾਏ ਸਿੰਘ ਵੀ ਨਾਲ ਸੀਗਾ। ਭਾਈ ਸੁੱਖਾ ਸਿੰਘ ਦੇ ਨਾਲ ਭਾਈ ਰਤਨ ਸਿੰਘ ਜੀ ਦੇ ਪਿਤਾ ਭਾਈ ਰਾਏ ਸਿੰਘ ਵੀ ਨਾਲ ਸਨ। ਤੇ ਭਾਈ ਸੁੱਖਾ ਸਿੰਘ ਕਹਿਣਗੇ ਰਾਏ ਸਿੰਘ ਤੁਸੀਂ ਵਾਪਸ ਜਾਓ। ਭਾਈ ਰਾਏ ਸਿੰਘ ਦੀ ਵੀ ਉਮਰ ਛੋਟੀ ਸੀ।
ਵੀ ਇੱਥੇ ਹੁਣ ਤੁਰਕਾਂ ਦੇ ਨਾਲ ਤੁਸੀਂ ਜੰਗ ਨਹੀਂ ਕਰਨਾ, ਤੁਸੀਂ ਵਾਪਸ ਜਾਓ। ਤੇ ਉਹਨਾਂ ਨੇ ਜ਼ਬਰਦਸਤੀ ਭਾਈ ਰਾਏ ਸਿੰਘ ਨੂੰ ਵਾਪਸ ਭੇਜ ਦਿੱਤਾ ਹੈ। ਭਾਈ ਸ਼ਾਮ ਸਿੰਘ ਪਾਸ ਖਲੋਇਆ। ਤੇ ਜਿਹੜੇ ਭਾਈ ਰਾਏ ਸਿੰਘ ਸਨ ਉਹ ਭਾਈ ਸ਼ਾਮ ਸਿੰਘ ਦੇ ਕੋਲ ਵਾਪਸ ਆ ਗਏ ਹਨ। ਇਤਨੇ ਮੈਂ ਫੌਜ ਪਹੁੰਚੀ ਆਏ। ਇੰਨੇ ਨੂੰ ਅਬਦਾਲੀ ਦੀ ਫੌਜ ਉੱਥੇ ਪਹੁੰਚ ਗਈ ਹੈ। ਸਿੰਘਾਂ ਦੇ ਘੋੜੇ ਰਲਾਏ। ਇਸ ਤਰ੍ਹਾਂ ਸਾਧ ਸੰਗਤ ਜੀ ਮੁੜ ਕੇ ਸਿੰਘਾਂ ਨੇ ਵੀ ਫਿਰ ਅਬਦਾਲੀ ਦੀ ਫੌਜ ਦਾ ਟਾਕਰਾ ਕੀਤਾ ਹੈ। ਬੰਦੂਕ ਤੀਰ ਤਲਵਾਰ ਚਲਾਈ। ਸਿੰਘਾਂ ਨੇ ਘੋੜੇ ਰਲਾ ਲਏ, ਉਹਨਾਂ ਦੇ ਨਾਲ ਬੰਦੂਕਾਂ ਤੀਰਾਂ ਦੇ ਨਾਲ ਵਾਰ ਕਰਨ ਲੱਗੇ ਹਨ। ਆਵਤ ਗਿਲਜੇ ਗਏ ਹਟਾਈ। ਗਿਲਜੀਆਂ ਦਾ ਪਹਿਲਾ ਦਸਤਾ ਜਦੋਂ ਸਿੰਘਾਂ ਤੇ ਆਇਆ ਨਾ, ਸਿੰਘਾਂ ਨੇ ਇਹੋ ਜਿਹਾ ਹਮਲਾ ਕੀਤਾ ਕਿ ਉਹ ਗਿਲਜੇ ਜਿਹੜੇ ਸੀ ਉੱਥੋਂ ਵਾਪਸ ਮਾਰ ਕੇ ਭਜਾ ਦਿੱਤੇ ਹਨ। ਲੜੇ ਨਾ ਆਏ ਚੱਲ। ਸਿੰਘ ਉੱਥੇ ਹੀ ਖੜ ਗਏ ਜੰਗ ਕਰਨ ਵਾਸਤੇ। ਪਹਿਲਾ ਦਸਤਾ ਭਜਾ ਦਿੱਤਾ, ਉੱਥੇ ਹੀ ਸਿੰਘ ਖੜ ਗਏ ਅੜ ਕੇ ਤੇ ਵੈਰੀ ਦੇ ਨਾਲ ਜੰਗ ਕਰਨ ਲੱਗੇ ਹਨ। ਉਹ ਗਏ ਸਿੰਘ ਯਾਦੇ ਗੱਲ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਤੁਸੀਂ ਉਹ ਜਾਣੋ ਵੀ ਸਿੰਘ ਨਾ ਇਸ ਗੱਲੋਂ ਥੋੜਾ ਜਿਹਾ ਚੁੱਕ ਗਏ, ਉਹਨਾਂ ਦਾ ਨੁਕਸਾਨ ਤਾਂ ਜ਼ਿਆਦਾ ਹੋ ਗਿਆ। ਵੀ ਚਾਹੀਦਾ ਤਾਂ ਇਹ ਸੀ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਪਹਿਲਾ ਦਸਤਾ ਮਾਰ ਕੇ ਸਿੰਘਾਂ ਨੇ ਭਜਾ ਦਿੱਤਾ ਵੀ ਸਿੰਘਾਂ ਦੀ ਜਿੱਤ ਹੋ ਗਈ, ਵੀ ਉਹਨਾਂ ਨੂੰ ਵਾਪਸ ਮੁੜਾਉਣਾ ਚਾਹੀਦਾ ਸੀ, ਕਿਉਂਕਿ ਉਹਨਾਂ ਦੀ ਗਿਣਤੀ ਬੜੀ ਥੋੜੀ ਸੀ। ਪਰ ਭਾਈ ਸੁੱਖਾ ਸਿੰਘ ਉੱਥੇ ਖਲੋਤੇ ਰਹੇ ਅੜ ਕੇ ਵੀ ਮੈਂ ਤਾਂ ਇਹਨਾਂ ਨਾਲ ਜੰਗ ਹੀ ਕਰਨਾ ਹੈ। ਉਹ ਵਾਪਸ ਨਹੀਂ ਮੁੜੇ, ਇਸ ਕਰਕੇ ਫਿਰ ਬਹੁਤੇ ਸਿੰਘਾਂ ਨੂੰ ਇੱਥੇ ਸ਼ਹੀਦ ਹੋਣਾ ਪਿਆ। ਇਸ ਗੱਲ ਤੋਂ ਸਿੰਘ ਖੁੰਝ ਗਏ ਹਨ। ਦੋਹਰਾ ਇੱਕ ਦਸਤੋ ਦਿਓ ਮੋੜ ਤੇ ਨਾ ਮਗਰੋਂ ਆਇਓ ਚੋਣ। 4 ਦਸਤੇ ਸਨ ਫੌਜ ਦੇ, ਇੱਕ ਦਸਤਾ ਸਿੰਘਾਂ ਨੇ ਮਾਰ ਕੇ ਭਜਾ ਦਿੱਤਾ। ਉਸ ਤੋਂ ਬਾਅਦ ਫਿਰ ਅਹਿਮਦ ਸ਼ਾਹ ਅਬਦਾਲੀ ਚੌਗਣੀਆਂ ਫੌਜਾਂ ਲੈ ਕੇ ਸਿੰਘਾਂ ਤੇ ਹਮਲਾ ਕਰਨ ਵਾਸਤੇ ਆ ਗਿਆ ਹੈ। ਉੱਥੇ ਤਾਂ ਸਿੰਘ ਫਿਰ ਇਦਾਂ ਹੋ ਗਏ ਜਿਵੇਂ ਆਟੇ ਦੇ ਵਿੱਚ ਲੂਣ ਹੁੰਦਾ ਹੈ। ਭਾਈ ਸੁੱਖਾ ਸਿੰਘ ਦੇ ਦਿਲ ਵਿੱਚ ਇੱਕ ਵਿਚਾਰ ਆ ਗਈ ਵੀ ਇੱਕ ਵਾਰੀ ਮੈਨੂੰ ਪਤਾ ਲੱਗ ਜਾਏ ਵੀ ਅਹਿਮਦ ਸ਼ਾਹ ਅਬਦਾਲੀ ਕਿੱਥੇ ਹੈ। ਜੇਕਰ ਕੋਈ ਮੈਨੂੰ ਦੱਸ ਦੇ ਨਾ ਵੀ ਉਹਨੇ ਟਿਕਾਣਾ ਕਿੱਥੇ ਕੀਤਾ ਹੋਇਆ, ਮੈਂ ਜਾ ਕੇ ਉਹਦੇ ਨਾਲ 2 ਹੱਥ ਕਰਾਂ ਵੀ ਇੱਕ ਵਾਰ ਹਰ ਰੋਜ਼ ਦਾ ਜਿਹੜਾ ਫਸਾਦ ਹੈ ਨਾ ਇਹ ਫਿਰ ਚੜ ਕੇ ਆ ਜਾਂਦਾ 2-4 ਸਾਲਾਂ ਬਾਅਦ, ਇੱਕ ਵਾਰ ਫਸਾਦ ਹੀ ਮੁਕਾ ਦਿਆਂ ਵੀ ਇਹਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਮਾਰ ਦਿਆਂ ਤੇ ਉਹਦੇ ਨਾਲ ਜਾ ਕੇ 2 ਹੱਥ ਕਰਾਂ, ਪਰ ਮੈਨੂੰ ਕੋਈ ਦੱਸ ਦੇ ਵੀ ਅਹਿਮਦ ਸ਼ਾਹ ਅਬਦਾਲੀ ਕਿੱਥੇ ਬੈਠਾ ਹੈ। ਭਾਈ ਸੁੱਖਾ ਸਿੰਘ ਜੀ ਇਸ ਤਰ੍ਹਾਂ ਜੰਗ ਕਰਦਿਆਂ ਕੁਝ ਅੱਗੇ ਗਏ ਹਨ। ਜਿਹੜੇ ਗਿਲਜੇ ਸਨ ਨਾ, ਗਿਲਜਿਆਂ ਨੂੰ ਜਾ ਕੇ ਪੁੱਛਣ ਲੱਗੇ ਵੀ ਦੱਸੋ ਤੁਹਾਡਾ ਬਾਦਸ਼ਾਹ ਕਿੱਥੇ ਹੈ, ਕਾਬਲੀ ਕਿੱਥੇ ਹੈ। ਪਰ ਕਿਸੇ ਨੇ ਦੱਸਿਆ ਨਹੀਂ। ਕਾਰਨ ਇਹ ਸੀਗਾ ਵੀ ਜਿਹੜੇ ਗਿਲਜੇ ਸਨ ਉਹ ਪਸ਼ਤੋਂ ਬੋਲਦੇ ਸਨ ਤੇ ਸਿੰਘ ਜਿਹੜੇ ਸਨ ਉਹ ਪੰਜਾਬੀ ਬੋਲਦੇ ਸਨ, ਪੰਜਾਬ ਦੇ ਰਹਿਣ ਵਾਲੇ ਸਨ। ਪੰਜਾਬੀ ਜਿਹੜੀ ਉਹ ਗਿਲਜਿਆਂ ਨੂੰ ਸਮਝ ਨਹੀਂ ਸੀ ਆਉਂਦੀ ਤੇ ਪਸ਼ਤੋ ਸਿੰਘਾਂ ਨੂੰ ਸਮਝ ਨਹੀਂ ਸੀ ਆਉਂਦੀ। ਜੋ ਉਹ ਬੋਲਦੇ ਸਨ ਉਹ ਸਿੰਘਾਂ ਨੂੰ ਪਤਾ ਨਹੀਂ ਸੀ ਲੱਗਦਾ ਤੇ ਜੋ ਸਿੰਘ ਬੋਲਦੇ ਸਨ ਉਹ ਇਹਨਾਂ ਗਿਲਜਿਆਂ ਨੂੰ ਪਤਾ ਨਹੀਂ ਸੀ ਲੱਗਦਾ। ਜੰਗ ਹੁੰਦਿਆਂ ਗਰਦ ਗੁਬਾਰ ਮਚ ਗਈ। ਘੋੜਿਆਂ ਦੇ ਨਾਲ ਧੂੜ ਮਿੱਟੀ ਘੱਟਾ, ਇੱਧਰ ਬੰਦੂਕਾਂ ਦਾ ਧੂਆਂ ਆਕਾਸ਼ ਵਿੱਚ ਚੜ ਗਿਆ ਤੇ ਰਾਤ ਹੀ ਪੈ ਗਈ ਹੈ। ਉੱਥੇ ਫਿਰ ਸਿੰਘਾਂ ਦੀ ਵੀ ਕੋਈ ਬਹੁਤੀ ਘਾਤ ਨਹੀਂ ਲੱਗੀ। ਗਿਲਜਾਂ ਦੇ ਨਾਲ ਫਿਰ ਸਿੰਘ 2 ਹੱਥ ਕਰਦੇ ਹਨ। ਇਸੇ ਪ੍ਰਕਾਰ ਸਾਧ ਸੰਗਤ ਜੀ ਭਾਈ ਸੁੱਖਾ ਸਿੰਘ ਜੀ ਗਿਲਜਿਆਂ ਦੇ ਨਾਲ ਜੰਗ ਕਰਦਿਆਂ ਉੱਥੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ। ਅਸਲ ਵਿੱਚ ਉਹਨਾਂ ਨੇ ਦੇਰ ਕਰ ਦਿੱਤੀ, ਥੋੜੀ ਜਿੱਦ ਵੀ ਕੀਤੀ। ਦੇਰ ਇਸ ਗੱਲ ਦੀ ਕੀਤੀ ਵੀ ਜਦੋਂ ਪਹਿਲਾ ਦਸਤਾ ਮਾਰ ਕੇ ਭਜਾ ਦਿੱਤਾ ਸੀ ਤੇ ਭਾਈ ਸੁੱਖਾ ਸਿੰਘ ਨੂੰ ਵਾਪਸ ਆਉਣਾ ਚਾਹੀਦਾ ਸੀ। ਭਾਈ ਰਤਨ ਸਿੰਘ ਜੀ ਕਹਿੰਦੇ ਇਹ ਗੱਲ ਸਿੰਘਾਂ ਨੇ ਵੀ ਵਿਚਾਰੀ, ਉਹਨਾਂ ਦੀ ਬੜੀ ਲੋੜ ਸੀ ਕਿਉਂਕਿ ਬੜੇ ਬਹਾਦਰ ਯੋਧੇ ਸਨ ਭਾਈ ਸੁੱਖਾ ਸਿੰਘ ਜੀ ਹੋਰੀ। ਪਰ ਉਹਨਾਂ ਨੇ ਜਿੱਦ ਕੀਤੀ ਵੀ ਨਹੀਂ, ਮੈਂ ਇੱਥੇ ਇਹਨਾਂ ਨਾਲ ਲੜ ਕੇ ਸ਼ਹੀਦ ਹੋਵਾਂਗਾ, ਮੈਂ ਮੈਦਾਨੇ ਜੰਗ ਵਿੱਚੋਂ ਵਾਪਸ ਨਹੀਂ ਭੱਜਾਂਗਾ। ਇਹ ਸੂਰਮੇ ਦਾ ਅੰਦਰ ਦਾ ਭਾਵ ਹੁੰਦਾ ਹੈ, ਉਹ ਨੱਠਦਾ ਨਹੀਂ, ਉਹ ਲੜ ਕੇ ਸ਼ਹੀਦ ਹੁੰਦਾ ਹੈ। ਇਸ ਤਰ੍ਹਾਂ ਸਾਰੀ ਜ਼ਿੰਦਗੀ ਖਾਲਸੇ ਪੰਥ ਦੇ ਨਾਮ ਕੀਤੀ ਭਾਈ ਸੁੱਖਾ ਸਿੰਘ ਨੇ। ਜਿੱਥੇ ਜ਼ਰੂਰਤ ਪਈ ਖਾਲਸੇ ਪੰਥ ਵਾਸਤੇ ਉਹ ਜੂਝਦੇ ਰਹੇ ਤੇ ਆਪਣਾ ਇੱਕ ਸਾਹ ਉਹਨਾਂ ਨੇ ਪੰਥ ਦੇ ਨਾਲ ਲਾਇਆ। ਬਚਪਨ ਤੋਂ ਲੈ ਕੇ
ਸ਼ਹੀਦ ਹੋਵਣ ਤੱਕ ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਕੇ ਪੰਥ ਦੇ ਵਿੱਚ ਹੀ ਬਤੀਤ ਕੀਤੀ। ਇਸ ਤਰ੍ਹਾਂ ਗਿਲਜੀਆਂ ਦੇ ਨਾਲ ਸ਼ਹੀਦ ਹੋ ਗਏ। ਜੰਗ ਕਰਦਿਆਂ ਹੋਇਆਂ ਭਾਈ ਸੁੱਖਾ ਸਿੰਘ ਜੀ ਸ਼ਹਾਦਤ ਦਾ ਜੰਮ ਪ੍ਰਾਪਤ ਕਰ ਗਏ ਹਨ। ਦੋਹਰਾ ਸੁੱਖਾ ਸਿੰਘ ਉਹਾਂ ਹੋਇਓ ਫੌਜ ਮੁੜੀ ਸੂ ਤਰਫ ਲਾਹੌਰ। ਜਦੋਂ ਭਾਈ ਸੁੱਖਾ ਸਿੰਘ ਜੀ, ਕਿਉਂਕਿ ਉਹ ਜਥੇਦਾਰ ਸਨ, ਜਦੋਂ ਸ਼ਹੀਦ ਹੋ ਗਏ ਭਾਈ ਸੁੱਖਾ ਸਿੰਘ ਜੀ, ਤੇ ਨਾਲ ਦੇ ਸਿੰਘਾਂ ਨੇ ਵੇਖਿਆ ਵੀ ਹੁਣ ਇੱਥੇ ਆਪਣਾ ਵਸ ਨਹੀਂ ਚੱਲਣਾ, ਤੇ ਚੰਗੀ ਗੱਲ ਇਹੀ ਆ ਵੀ ਆਪਾਂ ਪਿਛਾਂ ਮੁੜ ਜਾਈਏ। ਜਿੰਨੇ ਕੁ ਸਿੰਘ ਬਚੇ ਸਨ ਉਹ ਮੌਕਾ ਵੇਖ ਕੇ ਤੇ ਉੱਥੋਂ ਵਾਪਸ ਲਾਹੌਰ ਨੂੰ ਆ ਗਏ ਹਨ। ਅੱਗੇ ਸ਼ਲਕ ਲਾਹੌਰੀਆਂ ਨੇ ਦਈ ਸਿੰਘਨ ਪਰ ਜ਼ੋਰ। ਅੱਗੇ ਲਾਹੌਰੀਏ ਜਿਹੜੇ ਸ਼ਹਿਰ ਵਾਲੇ ਸਨ, ਇਧਰੋਂ ਮੀਰ ਮੰਨੂ ਦੀ ਫੌਜ ਚੜ ਗਈ। ਉਹਨਾਂ ਨੇ ਵੀ ਧੋਖਾ ਕੀਤਾ, ਖੁਆਰੀ ਹੋਈ ਨਾ। ਪਹਿਲਾਂ ਸਿੰਘ ਆਪਸ ਵਿੱਚ ਲੜ ਪਏ, ਫਿਰ ਰਾਵੀ ਦੇ ਕੰਢੇ ਤੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਪੇਚਾ ਪੈ ਗਿਆ। ਫਿਰ ਜਦੋਂ ਗਊਆਂ ਮਾਰੀਆਂ ਕਸਾਈਆਂ ਨੇ, ਉੱਥੇ ਵੀ ਲੜਾਈ ਹੋ ਗਈ। ਜਦੋਂ ਵਾਪਸ ਸਿੰਘ ਆਏ ਤੇ ਮੀਰ ਮੰਨੂ ਨੇ ਧੋਖਾ ਕੀਤਾ, ਤੇ ਮੀਰ ਮੰਨੂ ਦੀ ਫੌਜ ਜਿਹੜੀ ਲਾਹੌਰ ਸ਼ਹਿਰੀਏ ਸਨ, ਉਹ ਅੱਗੇ ਬੰਦੂਕਾਂ ਲੈ ਕੇ ਖੜ ਗਏ ਸਿੰਘਾਂ ਦੇ। ਚੌਪਈ ਜੱਗ ਦੁਆਰ ਸਿੰਘਨ ਭਈ ਮਾਰੀ। ਇਸ ਤਰ੍ਹਾਂ ਉੱਥੇ ਵੀ ਜੰਗ ਹੋਇਆ। ਜਦੋਂ ਦਵੱਲਿਓਂ ਫਿਰ ਸਿੰਘਾਂ ਨੂੰ ਮਾਰ ਪਈ ਹੈ। ਆਪ ਖਾਲਸੇ ਕੋ ਭਈ ਖੁਆਰੀ। ਇਸ ਤਰ੍ਹਾਂ ਫਿਰ ਖਾਲਸੇ ਦੀ ਬੜੀ ਖੁਆਰੀ ਹੋਈ ਹੈ। ਆਪ ਖਾਲਸੋ ਆਏ ਡੇਰੇ ਅੜਾ। ਇਸ ਤਰ੍ਹਾਂ ਸਿੰਘ ਬਚ ਬਚਾ ਕਰਦਿਆਂ ਲੜਦਿਆਂ ਹੋਇਆਂ ਤੇ ਆਪਣੇ ਡੇਰੇ ਵਿੱਚ ਵਾਪਸ ਆ ਗਏ ਹਨ। ਰਾਤ ਪਵਾਈ ਹੋ ਕੇ ਖੜਾ। ਫਿਰ ਰਾਤ ਖੜੇ ਰਹੇ ਸਿੰਘ, ਕਿਉਂ ਉਹਨਾਂ ਨੂੰ ਪਤਾ ਸੀ ਵੀ ਕਿਸੇ ਵਕਤ ਵੀ ਹਮਲਾ ਹੋ ਸਕਦਾ ਹੈ। ਤੇ ਥੱਕੇ ਟੁੱਟੇ ਜੰਗ ਕਰਦੇ ਹਾਰੇ ਜਿਹੜੇ ਸਿੰਘ ਸਨ, ਉਥੇ ਰਾਤ ਖਲੋ ਕੇ ਉਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ ਹੈ। ਰਾਤ ਘੜੀ ਸਿੰਘ ਸਭਨ ਹਾਂਜੀ, ਗਣ ਕੀਓ ਡੇਰੋ ਮਾਝੇ ਵੱਲ। ਜਦੋਂ ਇਸ ਤਰ੍ਹਾਂ ਸਿੰਘਾਂ ਨੇ ਰਾਤ ਬਤੀਤ ਕੀਤੀ, ਰਾਤ ਵੇਲੇ ਫਿਰ ਸਿੰਘਾਂ ਨੇ ਸਲਾਹ ਮਸ਼ਵਰਾ ਕੀਤਾ ਵੀ ਕੀ ਕੀਤਾ ਜਾਏ ਹੁਣ। ਫਿਰ ਇਹ ਮਤਾ ਬਕਾਇਆ ਵੀ ਆਪਾਂ ਵਾਪਸ ਮਾਝੇ ਵੱਲ ਚਲੀਏ। ਇਸ ਤਰ੍ਹਾਂ ਫਿਰ ਸਿੰਘਾਂ ਨੇ ਤਿਆਰ ਬਰ ਤਿਆਰ ਹੋ ਕਰਕੇ ਮਾਝੇ ਵੱਲ ਕੂਚ ਕਰ ਦਿੱਤਾ ਹੈ। ਤੁਰਕ ਦੋ ਬੇਈਮਾਨ ਹੈ ਲੁੱਟ ਖਾਓ ਦੋਵਾਂ ਨਾਲ। ਖਾਲਸਾ ਕਹਿਣ ਲੱਗਾ ਵੀ ਇਹ ਤੁਰਕ ਦੋਨੇ ਹੀ ਬੇਈਮਾਨ ਨੇ, ਚਾਹੇ ਉਹ ਵੀਰ ਮੰਨੂ ਹੋਵੇ, ਇਹ ਵੀ ਬੇਈਮਾਨ, ਅਹਿਮਦ ਸ਼ਾਹ ਅਬਦਾਲੀ ਵੀ ਬੇਈਮਾਨ ਹੈ। ਤੇ ਇਹਦੇ ਨਾਲੋਂ ਚੰਗਾ ਹੈਗਾ ਵੀ ਇਹਨਾਂ ਨਾਲ ਸੰਧੀ ਕਰਨ ਦੀ ਬਜਾਏ ਨਾ ਇਹਨਾਂ ਦੋਹਾਂ ਨੂੰ ਲੁੱਟ ਕੇ ਖਾਓ, ਉਹ ਵਧੀਆ ਹੈ, ਉਹ ਚੰਗੀ ਗੱਲ ਹੈ। ਇਹਨਾਂ ਨਾਲ ਖਾਲਸਾ ਕਦੇ ਵੀ ਮੇਲ ਨਹੀਂ ਕਰੇਗਾ। ਇੰਨੀ ਗੱਲ ਕਹਿ ਕੇ ਸਿੰਘ ਮਾਝੇ ਨੂੰ ਚੱਲ ਪਏ ਹਨ। ਵਿਕਰਮ 18 ਸੈਨਿਤੇ ਉੱਪਰ 10ਵੇਂ ਸਾਲ। ਇਸ ਤਰ੍ਹਾਂ ਬਿਕਰਮੀ 1810 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਆਇਆ, ਯਾਨੀ ਕਿ 1753 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਹੈ। ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦੇ ਨਾਲ ਜੰਗ ਕਰਦਿਆਂ ਹੋਇਆਂ 1810 ਦੇ ਵਿੱਚ ਭਾਈ ਸੁੱਖਾ ਸਿੰਘ ਜੀ ਸ਼ਹੀਦ ਹੋ ਗਏ ਹਨ। ਸਿੰਘਾਂ ਦਾ ਤੇ ਤੁਰਕਾਂ ਦਾ ਆਪਸ ਵਿੱਚ ਜੋੜ ਕਰਨਾ ਭਲਾ ਉਹ ਚੰਗੀ ਗੱਲ ਨਹੀਂ ਹੈ। ਇਹ ਤਾਂ ਇਸ ਤਰ੍ਹਾਂ ਹੈ ਵੀ ਜਿਵੇਂ ਤੁਸੀਂ ਬਰੂਦ ਦੇ ਉੱਤੇ ਅੱਗ ਦੀ ਚੰਗਿਆੜੀ ਸੁੱਟ ਦਿਓ, ਉੱਥੇ ਤਾਂ ਉਹਨੇ ਫਟਣਾ ਹੀ ਫਟਣਾ, ਧਮਾਕਾ ਤਾਂ ਹੋਣਾ ਹੀ ਹੋਣਾ ਹੈ। ਸਿੰਘ ਤੇ ਤੁਰਕ ਬਰੂਦ ਤੇ ਅੱਗ ਦੇ ਵਾਂਗੂ ਨੇ, ਇਹਨਾਂ ਦਾ ਕਦੇ ਮੇਲ ਜੋੜ ਹੋ ਹੀ ਨਹੀਂ ਸਕਦਾ। ਕਹਿੰਦੇ ਜਦੋਂ ਵੀ ਸਿੰਘ ਤੁਰਕਾਂ ਦੇ ਨਾਲ ਕਿਤੇ ਮੇਲ ਜੋਲ ਕਰਨਾ ਚਾਹੁੰਦੇ ਨਾ, ਉਦੋਂ ਕੋਈ ਨਾ ਕੋਈ ਇਹੋ ਜਿਹੀ ਨਾ ਵਿਧੀ ਬਣ ਜਾਂਦੀ ਹੈ, ਕੋਈ ਇਹੋ ਜਿਹੀ ਖੋਟੀ ਚਾਲ ਹੋ ਜਾਂਦੀ ਹੈ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਦੇਵੈ ਚੰਡੀ ਤੋੜ। ਉਹ ਚੰਡੀ, ਉਹ ਸ਼ਸਤਰ, ਉਹ ਸ਼ਕਤੀ ਜਿਹੜੀ ਮਹਾਰਾਜ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ ਨਾ, ਉਹ ਸ਼ਸਤਰ ਦੀ ਚੰਡੀ ਦੀ ਤਾਕਤ ਤੋੜ ਦਿੰਦੀ ਤੁਰਕਾਂ ਨਾਲੋਂ ਸਿੰਘਾਂ ਨੂੰ। ਉਹ ਕਦੇ ਵੀ ਤੁਰਕਾਂ ਦੇ ਨਾਲ ਸਿੰਘਾਂ ਨੂੰ ਮੇਲ ਨਹੀਂ ਕਰਨ ਦਿੰਦੀ। ਹਾਂ, ਮੈਂ ਚੰਡੀ ਬਾਰੇ ਥੋੜੀ ਜਿਹੀ ਇੱਕ ਬੇਨਤੀ ਕਰਦਿਆਂ, ਕਿਉਂਕਿ ਅਕਸਰ ਸਾਡੇ ਅੱਜ ਦਾ ਜਿਹੜਾ ਸਮਾਂ ਚੱਲਦਾ, ਅੱਜ ਦਾ ਜਿਹੜਾ ਦੌਰ ਚੱਲਦਾ ਨਾ, ਜਦੋਂ ਭਜਨ ਬੰਦਗੀ ਦੀ ਕਮੀ ਹੋ ਜਾਏ ਨਾ ਜੀਵਨ ਵਿੱਚ, ਫਿਰ ਇਹ ਗੱਲਾਂ ਸਮਝ ਤੋਂ ਪਰਾਂ ਹੋ ਜਾਂਦੀਆਂ ਨੇ। ਅੱਜ ਦਾ ਦੌਰ ਤਰਕ ਦਾ ਦੌਰ ਜ਼ਿਆਦਾ ਹੈ, ਭਜਨ ਬੰਦਗੀ ਦਾ ਦੌਰ ਘੱਟ ਹੈ। ਸਿਮਰਨ ਬਾਣੀ ਇਹ ਜੀਵਨ ਵਿੱਚੋਂ ਦਿਨ ਪ੍ਰਤੀ ਦਿਨ ਘਟਦੀ ਜਾਂਦੀ ਹੈ, ਤੇ ਬਾਹਰ ਦੀਆਂ ਗੱਲਾਂ, ਟੀਵੀ, ਫੋਨ, ਕੰਮਕਾਰ, ਧੰਦੇ, ਨਿੰਦਿਆ, ਚੁਗਲੀ, ਇਹਦੀ ਤਾਦਾਦ ਜੀਵਨ ਵਿੱਚ ਜ਼ਿਆਦਾ ਵੱਧਦੀ ਹੈ। ਫਿਰ ਜਿਹੜੀਆਂ ਇਹੋ ਜਿਹੀਆਂ ਸੂਖਸ਼ਮ ਗੱਲਾਂ ਨੇ, ਉਹ ਫਿਰ ਅੰਦਰ ਤਰਕ ਪੈਦਾ ਕਰਦੀਆਂ ਨੇ ਬੰਦੇ ਦੇ। ਜਦੋਂ ਤਰਕ ਪੈਦਾ ਹੋ ਜਾਂਦਾ ਮਨੁੱਖ ਦੇ ਅੰਦਰ, ਫਿਰ ਉਹ ਗੁਰੂ ਦੇ ਉੱਤੇ ਵੀ ਸ਼ੰਕਾ ਖੜਾ ਕਰ ਦਿੰਦਾ ਹੈ। ਚੰਡੀ ਹੈ ਕੀ?
मैं केवल सूखम दे विच ही बेनती करनी है। चंडी अकाल पुरख वाहिगुरू परमेश्वर की वो आद शक्ति है जिहड़ी दुष्टां दा घात करदी, दुष्टां दा नाश करदी है। बाणी दे विच गुरु साहब जी ने आख्या वाहिगुरू नूं भी तू ही मेरी माँ है, तू ही मेरा पिता है। परमात्मा ही पिता है, परमात्मा ही माँ है, दोने रूप जिहड़े वो परमेश्वर दे अपने ने। 10वें पातशाह कलगीधर जी भी यही गल कहिंदे ने, अकाल पुरख मेरा पिता है, ओदी आद शक्ति है ना, जिहड़ी आद शक्ति अकाल पुरख दी वो मेरी माँ है। किहड़ी? कुदरत जिहड़ी है, ये कुदरत आद शक्ति है परमेश्वर दी। ये आद शक्ति जिहड़ी है हिंदू मत दे विच उहनूं देवी दे रूप विच पूजिया गया, उहदी मूर्ति बना के उहनूं वखरे वखरे नाम दे के उन्होंने भी नाम दिता भी ये दुर्गा है, ये चंडी है, ये नैना देवी है, आ देवी आ, देवी। उन्होंने अपने मत के मुताबिक उन्होंने उन्होंने नाम दे के ते पत्थर के रूप दे विच उहनूं पूजिया, पर ਉਹਦੇ ਪਿੱਛੇ ਜਿਹੜੀ ਸਮਰੱਥਾ ਸੀ, ਤਾਕਤ ਸੀ, ਉਹਨੂੰ ਉਹ ਨਾ ਸਮਝ ਸਕੇ। ਉਹ पूजते जरूर रहे पर वो समझ ना सके। पर गुरु साहब कहते ने देवी किहनूं कहंदे? दिव्य है, जिहड़ा प्रकाश होवे, वो परमात्मा का एक प्रकाश, वो परमात्मा का एक वो स्वरूप है जिहड़ा दुष्टां दा घात करता है। वो परमात्मा की माया, वो परमात्मा की कुदरत है, वो परमात्मा की आद शक्ति है। तो वो आद शक्ति महाराज कलगीधर जी ने खालसे पंथ नूं शस्त्र के रूप दे विच दित्ती है। वो शस्त्र जिहड़ा दुष्टां दा घात करदा है, तलवार नूं, किरपान नूं चंडी का रूप दिता भी आ चंडी है, इहदे नाल दुष्टां दा नाश होवेगा। कईयां ने गल कह दी भी महाराज ने दुर्गा की गल की, चंडी की गल की। उन्हां मेरे वीरां ने कदे चंडी की वार पढ़ी नहीं ध्यान दे नाल। तैही दुर्गा साज कै दैंतां दा नाश कराया। वाहिगुरू दुर्गा भी तू ही साजी है, दुर्गा साज के तू दैंतां दा नाश करा दिता। दुर्ग किले नूं भी कहिंदे ने, जिहड़ी किलियां नूं भंन दिंदी है वो शक्ति। दुर नाम बुरे दा, गा नाम गाउण वाली दा, वो शक्ति जिहड़ी बुरियां दा नाश कर दिंदी है। वो शक्ति किहड़ी है? वो है शस्त्र, वो है तलवार। ये तलवार ये आद शक्ति है अकाल पुरख दी, आद शक्ति जिन्हों मां कहा गया है, वो आप ही मां है। वो आप ही अकाल पुरख फिर अपनी आद शक्ति है। आद शक्ति वो तो वखरी नहीं, उन्हें पैदा की बनाई, आपे कुदरत साज कै, उन्हें आप कुदरत नूं साजिया। अपीना आप साजियो, अपीना रचियो नाओ, दुई कुदरत साजिया कर आसन डिठो चाओ। दूजी कुदरत साजी ना, वो आद शक्ति अकाल पुरख दी है, जिहड़ी सारी सृष्टि की सिरजना करती है, तो सृष्टि का संहार भी वो आप करती है। उन्होंने नाम वखरे वखरे दे दिते। मैं तुहानूं एक उदाहरण दियां भी, आपां कहने आ रब एक है। जे रब एक है, आपां गुरबाणी दे विच जां गुरमत दे सिद्धांत दे मुताबक आपां उहनूं परमेश्वर कह दिता, भी अकाल पुरख कह दिता। आराधना असीं वाहिगुरू शब्द विच कर रहे हैं, वाहिगुरू शब्द नाल अकाल पुरख की आराधना कर रहे हैं। जे रब एक है, असीं वाहिगुरू शब्द नाल उहदी आराधना कर रहे हैं। कोई बोलिया राम राम, फिर हिंदू जिहड़े ने उसे रब नूं राम शब्द विच ध्या रहे ने ना, वो राम राम जप रहे ने। कि उत्थे रब वखरा हो गया? वखरा नहीं ना होया। कोई बोलिया राम राम, कोई खुद आए। तो मुसलमान जिहड़ा है उथे वो अल्लाह अल्लाह जपदा नूं खुदा कहिंदा भी वो खुदा है, उन्होंने अल्लाह अल्लाह कह के जपदा, अल्लाहू अकबर दा नारा लाउंदा है। ईसाई जिहड़ा है उस परमेश्वर नूं फादर कहिंदा है, उन्होंने गॉड कहिंदा है भी वो फादर है। सनातन मत दे विच कई देवी का पूजन करते हैं, वो देवी नूं मां कहिंदे ने। इहदा मतलब कि परमेश्वर अकाल पुरख जिहड़ा है एक है, पर उहदे नाम अनेक ने। तेरे नाम अनेका रूप अनंता, तेरे नाम अनेका रूप अनंता। रूप तेरे अनंत ने, तेरे नाम भी अनेक ने, पर है तो एक ही ना। एक दे अनेक रूप ने, एक है, अनेक है, फिर एक है। वो एक ही अनेक रूप होया, अनेक ही एक रूप हो जाता है। फिर जदों हर एक धर्म मजहब के अंदर उसे एक अकाल पुरख नूं, जिन्होंने गुरु नानक साहब जी ने एक ओंकार कहा, उस वाहिगुरू नूं वखरे वखरे नावां नाल पुकारिया जाता है।
ਅਸੀਂ ਤਾਂ ਨਹੀਂ ਨਾ ਕਹਿੰਦੇ ਵੀ ਅੱਲਾ ਮਾੜਾ ਜਾਂ ਰਾਮ ਮਾੜਾ, ਵੀ ਵਾਹਿਗੁਰੂ ਚੰਗਾ ਹੈ, ਨਹੀਂ। ਮਹਾਰਾਜ ਕਹਿੰਦੇ ਨੇ ਵੀ ਰਾਮ ਵੀ ਉਸੇ ਦਾ ਨਾਮ, ਅੱਲਾ ਵੀ ਉਸੇ ਦਾ ਨਾਮ, ਗੁਰਬਾਣੀ ਦੇ ਅੰਦਰ ਸਭ ਦੇ ਨਾਮ ਆਏ ਨੇ। ਤੇ ਭੱਟਾਂ ਦੇ ਸਵਈਆਂ ਦੇ ਵਿੱਚ ਵਾਹਿਗੁਰੂ ਸ਼ਬਦ ਕਿੰਨੀ ਕੁ ਵਾਰੀਆਂ ਆਇਆ, ਉਹ ਗੁਰਮੰਤਰ ਮੇਰੇ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ। ਇਨ ਬਿਨ ਇਸੇ ਪ੍ਰਕਾਰ ਸਨਾਤਨ ਮਤ ਦੇ ਅੰਦਰ ਉਹ ਆਦਿ ਸ਼ਕਤੀ ਜਿਹੜੀ ਹੈ, ਉਹ ਆਦਿ ਸ਼ਕਤੀ ਨੂੰ ਉਹ ਆਪਣੇ ਰੂਪ ਦੇ ਨਾਲ ਪੂਜਦੇ ਨੇ। ਫਰਕ ਇੰਨਾ ਕਹਿ ਵੀ ਉਹ ਪੱਥਰ ਪੂਜਣ ਲੱਗ ਪਏ। ਉਹਨਾਂ ਨੇ ਪੱਥਰ ਦੀ ਮੂਰਤ ਬਣਾਈ, ਰੱਬ ਦੀ ਮੂਰਤ ਬਣਾ ਲਈ, ਪੱਥਰ ਬਣਾ ਲਿਆ, ਪੱਥਰ ਘੜ ਲਿਆ, ਉਹਨੂੰ ਰੱਬ ਬਣਾ ਕੇ ਉਹਨਾਂ ਨੇ ਪੂਜਿਆ। ਮਹਾਰਾਜ ਨੇ ਉਹਨਾਂ ਨੂੰ ਇਹ ਸਮਝਾਇਆ, ਕਾਹੇ ਕੋ ਪੂਜਤ ਪਾਹਨ ਕੋ, ਕਾਹੇ ਕੋ ਪੂਜਤ ਪਾਹਨ ਕੋ, ਕਛ ਪਾਹਨ ਮੈਂ ਪਰਮੇਸ਼ਰ ਨਾਈ। ਕਿਉਂ ਪੱਥਰ ਨੂੰ ਪੂਜਦੇ ਹੋ? ਰੱਬ ਥੋੜਾ ਹੈ ਜਿਹਨੂੰ ਪੂਜ ਰਹੇ ਹੋ। ਜੇ ਪੂਜਣਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪੂਜੋ। ਜੇ ਕੋਈ ਆਦਿ ਸ਼ਕਤੀ ਦੀ ਦੇਵੀ ਦੀ ਪੂਜਾ ਕਰ ਰਿਹਾ, ਮਹਾਰਾਜ ਕਹਿੰਦੇ ਨਹੀਂ, ਪੱਥਰ ਨਾ ਪੂਜੋ, ਅਕਾਲ ਪੁਰਖ ਦੀ ਪੂਜਾ ਕਰੋ। ਕਿਉਂ? ਆਦਿ ਸ਼ਕਤੀ ਕੁਦਰਤ ਜਿਹੜੀ ਹੈ, ਇਹ ਕੁਦਰਤ ਹੀ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੈ। ਕਿਉਂ? ਇਹ ਕੁਦਰਤ ਪਰਮੇਸ਼ਰ ਨੇ ਹੀ ਪੈਦਾ ਕੀਤੀ ਹੋਈ ਹੈ। ਇਸ ਕਰਕੇ ਸਿੱਖ ਦੇ ਅੰਦਰ ਤਾਂ ਇਹ ਵਹਿਮ ਹੋਣਾ ਨਹੀਂ ਚਾਹੀਦਾ। ਇਹ ਵਿਸ਼ਾ ਬੜਾ ਗਹਿਰਾ ਹੈ, ਫਿਰ ਕਦੇ ਮੌਕਾ ਬਣਿਆ ਤੇ ਵਿਸਥਾਰ ਦੇ ਨਾਲ ਇਹਦੇ 'ਤੇ ਵਿਚਾਰ ਕਰਾਂਗੇ। ਕਿਉਂਕਿ ਬਹੁਤਿਆਂ ਦੇ ਮਨ ਦੇ ਅੰਦਰ ਇਹ ਵਹਿਮ ਹੁੰਦਾ ਵੀ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ਬਦ ਆਉਂਦੇ ਨੇ ਜਿਨ੍ਹਾਂ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ। ਦਸਮ ਦੀ ਬਾਣੀ ਦੇ ਵਿੱਚ ਮਹਾਰਾਜ ਕਲਗੀਧਰ ਜੀ ਨੇ, ਸ੍ਰੀ ਸਰਬਲੋਕ ਦੀ ਬਾਣੀ ਵਿੱਚ ਕਲਗੀਧਰ ਜੀ ਨੇ ਕਈ ਵਾਰੀ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਹ ਕੋਈ ਉਹ ਦੇਵੀ ਨਹੀਂ ਜਿਹੜੀ ਦੇਵੀ ਹਿੰਦੂ ਪੂਜਦੇ ਨੇ, ਇਹ ਉਹ ਚੰਡੀ ਹੈ, ਉਹ ਪਰਮਾਤਮਾ ਦੀ ਕੁਦਰਤ ਹੈ ਜਿਹੜੀ ਦੁਸ਼ਟਾਂ ਦਾ ਸੰਘਾਰ ਵੀ ਕਰਦੀ। ਬਣਾਉਣ ਵਾਲਾ, ਮਾਰਨ ਵਾਲਾ ਦੋਨੇ ਰੂਪ ਪਰਮੇਸ਼ਰ ਦੇ ਨੇ। ਖੈਰ, ਇੱਥੇ ਜਿਹੜਾ ਬਚਨ ਆਇਆ ਜੀ, ਤੇ ਤਬ ਹੀ ਬਿਦ ਖੋਟੀ ਭਵੈ ਦੇਵੈ ਚੰਡੀ ਤੋੜ। ਜਦੋਂ ਵੀ ਕੋਈ ਨਾ ਕੋਈ ਖੇਡ ਵਰਤਦੀ ਹੈ ਨਾ, ਤੇ ਚੰਡੀ ਫਿਰ ਕੌਤਕ ਵਰਤਾ ਦਿੰਦੀ, ਫਿਰ ਸਿੰਘਾਂ ਨੂੰ ਤੋੜ ਦਿੰਦੀ ਤੁਰਕਾਂ ਦੇ ਨਾਲ, ਉਹਨਾਂ ਨੂੰ ਆਪਸ ਵਿੱਚ ਰਲਣ ਨਹੀਂ ਦਿੰਦੀ। ਸੋ ਸਾਧ ਸੰਗਤ, ਅਗਲਾ ਪ੍ਰਸੰਗ ਦੋਹਰਾ ਏਕੋ ਆਖੈ ਪ੍ਰਸ਼ਨ ਇਹ ਹੈ, ਫਿਰ ਆਖੈ ਚਾਹੇ ਕਿਆ ਕੀਨ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜੇਕਰ ਕੋਈ ਪ੍ਰਸ਼ਨ ਕਰ ਦੇ, ਸਵਾਲ ਕਰੇ, ਫਿਰ ਆਗੇ ਸ਼ਾਹੇ ਕਿਆ ਕੀਨ। ਵੀ ਭਾਈ ਸੁੱਖਾ ਸਿੰਘ ਸ਼ਹੀਦ ਹੋ ਗਏ ਤੇ ਸਿੰਘ ਵਾਪਸ ਆ ਗਏ ਤੇ ਮਾਝੇ ਵਿੱਚ ਸਿੰਘਾਂ ਨੇ ਆਪਣਾ ਡੇਰਾ ਲਾ ਲਿਆ, ਫਿਰ ਅਹਿਮਦ ਸ਼ਾਹ ਅਬਦਾਲੀ ਨੇ ਕੀ ਕੀਤਾ ਹੈ? ਹੋਰ ਟੁੱਟੀ ਕੈ ਨਾ ਟੁੱਟੀ, ਉੱਤਰ ਚਲੀਏ ਤਿਸ ਦੀਨ। ਫਿਰ ਜੇ ਉਹ ਸਵਾਲ ਕਰੇ ਵੀ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਲੁੱਟੀ ਕਿ ਨਹੀਂ ਲੁੱਟੀ, ਦਿੱਲੀ ਲੁੱਟੀ ਕਿ ਨਹੀਂ ਲੁੱਟੀ, ਉਹਨੂੰ ਜਵਾਬ ਦੇਣਾ ਚਾਹੀਦਾ ਹੈ। ਭਾਈ ਸਾਹਿਬ ਜੀ ਕਹਿੰਦੇ ਜਦੋਂ ਅਹਿਮਦ ਸ਼ਾਹ ਅਬਦਾਲੀ ਨਾਲ ਜੰਗ ਹੋਇਆ ਤੇ ਉਸ ਜੰਗ ਦੇ ਵਿੱਚ ਦੀਵਾਨ ਕੌੜਾ ਮੱਲ ਸ਼ਹੀਦ ਹੋ ਗਿਆ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੰਗ ਕਰਦਿਆਂ ਕਰਦਿਆਂ ਉਹ ਦੁਨੀਆ ਤੋਂ ਚਲੇ ਗਏ, ਸ਼ਹਾਦਤ ਦਾ ਜਾਮ ਪੀ ਗਏ। ਜੇਜੋਵਾਨ ਦੀ ਜਿਹੜੀ ਰਿਆਸਤ ਸੀ, ਉਸ ਰਿਆਸਤ ਦਾ ਇੱਕ ਰਾਜਾ ਸੀ, ਉਸ ਰਾਜੇ ਦਾ ਅੱਗੋਂ ਇੱਕ ਵਜ਼ੀਰ ਸੀ ਸੰਗਤ ਸਿੰਘ, ਤੇ ਸੰਗਤ ਸਿੰਘ ਵੀ ਜਿਹੜਾ ਸੀ ਇਸੇ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਹੈ। ਮੀਰ ਮੰਨੂ ਨੂੰ ਕਈ ਮਹੀਨੇ ਜੰਗ ਕਰਦਿਆਂ ਬਤੀਤ ਹੋ ਗਏ। ਇਹਨੂੰ ਦਿੱਲੀ ਦੇ ਵਿੱਚੋਂ ਕੋਈ ਮਦਦ ਪ੍ਰਾਪਤ ਨਹੀਂ ਹੋਈ। ਸਾਧ ਸੰਗਤ ਜੀ, ਇੱਧਰ ਫਿਰ ਜਿਹੜਾ ਨਜ਼ੀਬ ਖਾਂ ਰੋਹੇਲਾ ਸੀਗਾ, ਉਹਨੇ ਰੌਲਾ ਮਚਾ ਦਿੱਤਾ। ਸਾਧ ਸੰਗਤ ਜੀ, ਉਹਨੇ ਆ ਕਰਕੇ ਮੀਰ ਮੰਨੂ ਨੂੰ ਹਰਾ ਦਿੱਤਾ ਜੰਗ ਵਿੱਚ। ਮੀਰ ਮੰਨੂ ਜਿਹੜਾ ਉਹ ਵੀ ਬੜਾ ਚਤੁਰ ਸੀਗਾ, ਉਹਨੇ ਕੀ ਕੀਤਾ ਵੀ ਹੱਥ ਬੰਨ੍ਹ ਲਏ ਤੇ ਗਲ ਵਿੱਚ ਪੱਲਾ ਪਾ ਲਿਆ। ਜਦੋਂ ਨਜ਼ੀਬ ਖਾਂ ਰੋਹੇਲੇ ਨੇ ਹਰਾ ਦਿੱਤਾ ਮੀਰ ਮੰਨੂ ਨੂੰ, ਅਹਿਮਦ ਸ਼ਾਹ ਅਬਦਾਲੀ ਨਾਲ ਜੰਗ ਕਰਦਿਆਂ ਕਈ ਮਹੀਨੇ ਤਾਂ ਲੰਘ ਗਏ, ਪਰ ਅਖੀਰ ਉਹਨੂੰ ਹਾਰਨਾ ਪਿਆ ਮੀਰ ਮੰਨੂ ਨੂੰ। ਤੇ ਮੀਰ ਮੰਨੂ ਜਿਹੜਾ ਸੀ ਗਲ ਵਿੱਚ ਪੱਲਾ ਪਾ ਲਿਆ, ਉਹਨੇ ਭੱਜਿਆ ਨਹੀਂ, ਉਹ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਮਿਲਿਆ ਹੈ। ਆਖਦਾ ਮੈਂ ਤੁਹਾਡੀ ਈਨ ਕਬੂਲਦਾ ਹਾਂ, ਜੋ ਤੁਸੀਂ ਕਹੋ ਮੈਂ ਮੰਨਣ ਨੂੰ ਤਿਆਰ ਹਾਂ। ਅਹਿਮਦ ਸ਼ਾਹ ਅਬਦਾਲੀ ਨੇ 50 ਲੱਖ ਰੁਪਈਆ ਉਹਨੂੰ ਡੰਡ ਲਾਇਆ ਹੈ। ਉਹ ਕਹਿੰਦਾ ਠੀਕ ਹੈ ਜੀ, ਮੈਂ ਤੁਹਾਨੂੰ 50 ਲੱਖ ਰੁਪਈਆ ਡੰਡ ਦੇ ਦਿਆਂਗਾ। ਫਿਰ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਆਪਣੇ ਵੱਲੋਂ ਲਾਹੌਰ ਦਾ ਗਵਰਨਰ ਥਾਪਿਆ। ਉਹਦੇ ਕੋਲ ਲਾਹੌਰ ਕੋਈ ਨਹੀਂ, ਆਪਣੇ ਅਧੀਨ ਕਰਕੇ ਤੇ ਉਹਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ ਹੈ।
ਇਸ ਤਰ੍ਹਾਂ ਪਹਿਲਾਂ ਲਾਹੌਰ ਜਿੱਤੀ ਅਬਦਾਲੀ ਨੇ ਤੇ ਬਾਅਦ ਵਿੱਚ ਦਿੱਲੀ ਤੇ ਹਮਲਾ ਕਰਕੇ ਦਿੱਲੀ ਜਿੱਤ ਲਈ ਹੈ ਨਸੀਬ ਕੋ ਦਿੱਲੀ ਲਈ ਤੇ ਨਜੀਬ ਖਾਨ ਨੂੰ ਫਿਰ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦਿੱਤਾ, ਦਿੱਲੀ ਉਹਦੇ ਹਵਾਲੇ ਕਰ ਦਿੱਤੀ ਹੈ। ਬਹਾਇਓ ਉਨਕਰ ਆਪਣਾ ਵਜ਼ੀਰ ਇਸ ਤਰ੍ਹਾਂ ਉਹਨੂੰ ਆਪਣਾ ਵਜ਼ੀਰ ਬਣਾ ਕੇ ਉਹਨੇ ਬਿਠਾ ਦਿੱਤਾ, ਕਿਉਂਕਿ ਦਿੱਲੀ ਉਹਦੇ ਅਧਿਕਾਰ 'ਚ ਦੇ ਦਿੱਤੀ, ਬਾਦਸ਼ਾਹ ਉਹ ਆਪ ਹੀ ਬਣਿਆ ਹੈ ਮਦਸ਼ਾਹ। ਉਹਨੇ ਆਪਣੇ ਵੱਲੋਂ ਨਜ਼ੀਮ ਖਾਨ ਨੂੰ ਵਜ਼ੀਰ ਬਣਾ ਲਿਆ, ਕਿਉਂਕਿ ਇਹਨੇ ਵਾਪਸ ਜਾਣਾ ਸੀਗਾ, ਇਸ ਕਰਕੇ ਦਿੱਲੀ ਉਹਨੂੰ ਸੌਂਪ ਦਿੱਤੀ ਨਜ਼ੀਬ ਖਾਨ ਰੋਹੇਲੇ ਨੂੰ। ਸ਼ਾਹੀ ਮੁਗਲਨ ਕੀ ਭਈ ਦਿੱਲੀਓ ਤਗੀਰ ਇਸ ਪ੍ਰਕਾਰ ਮੁਗਲਾਂ ਦੀ ਜਿਹੜੀ ਸ਼ਾਹੀ ਸੀ ਉਹ ਦਿੱਲੀ ਤੋਂ ਪਲਟ ਗਈ, ਮੁਗਲਾਂ ਦਾ ਰਾਜ ਭਾਗ ਤਬਾਹ ਹੋ ਗਿਆ ਹਿੰਦੁਸਤਾਨ ਤੋਂ। ਫਿਰ ਪਠਾਨਾਂ ਨੇ ਹਿੰਦੁਸਤਾਨ ਦੇ ਉੱਪਰ ਕਬਜ਼ਾ ਕਰ ਲਿਆ। ਜਦੋਂ ਅਹਿਮਦ ਸ਼ਾਹ ਅਬਦਾਲੀ ਜਿੱਤ ਗਿਆ, ਉਹਨੇ ਦਿੱਲੀ ਤੇ ਕਬਜ਼ਾ ਕਰ ਲਿਆ ਤੇ ਨਜੀਬ ਖਾਨ ਰੋਹੇਲੇ ਨੂੰ ਆਪਣਾ ਵਜ਼ੀਰ ਥਾਪ ਕੇ ਤੇ ਉਹਨੂੰ ਤਖਤ ਤੇ ਬਿਠਾ ਦਿੱਤਾ। ਸੋ ਇੱਥੇ ਹੀ ਇਸ ਪ੍ਰਕਰਣ ਦੀ ਸਮਾਪਤੀ। ਅੱਗੇ ਅਦੀਨਾ ਬੇਗ ਤੇ ਸੋਢੀ ਵਡਭਾਗ ਸਿੰਘ। ਵਡਭਾਗ ਸਿੰਘ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੈ, ਜਿਨ੍ਹਾਂ ਨੂੰ ਧੀਰ ਮੱਲੀਏ ਕਹਿੰਦੇ ਨੇ। ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ ਧੀਰਮਲ, ਬਾਬੇ ਗੁਰਦਿੱਤੇ ਦੇ ਸੁਪੁੱਤਰ ਸਨ। ਤੇ ਉਹਨਾਂ ਦੀ ਅੰਸ਼ ਬੰਸ਼ ਵਿੱਚੋਂ ਰਾਮ ਸਿੰਘ ਦਾ ਪੁੱਤਰ ਹੋਇਆ ਸੋਢੀ ਵਡਭਾਗ ਸਿੰਘ। ਇਹ ਵੀ ਸੂਰਬੀਰ ਯੋਧਾ ਸੀ, ਅੰਮ੍ਰਿਤਪਾਲ ਨੇ ਕੀਤਾ ਸੀਗਾ। ਗੁਰਦੁਆਰਾ ਥੰਮ ਸਾਹਿਬ ਸੇਵਾ ਕਰਦਾ ਸੀਗਾ ਤੇ ਥੰਮ ਸਾਹਿਬ ਸੇਵਾ ਕਰਦਿਆਂ ਕਰਦਿਆਂ ਤੁਰਕਾਂ ਨੇ ਹਮਲਾ ਕੀਤਾ ਤੇ ਹਮਲਾ ਕਰਕੇ ਨਾਸਰ ਅਲੀ ਨੇ ਥੰਮ ਸਾਹਿਬ ਸਾੜ ਦਿੱਤਾ ਤੇ ਪੋਥੀਆਂ ਦੀ ਬੇਅਦਬੀ ਕੀਤੀ। ਤੇ ਉਦੋਂ ਤਾਂ ਵਡਭਾਗ ਸਿੰਘ ਕੁਝ ਕਰ ਨਹੀਂ ਸਕਿਆ, ਪਰ ਬਾਅਦ ਵਿੱਚ ਦੀਨਾ ਬੇਗ ਦੇ ਨਾਲ ਮਿਲ ਕੇ ਇਹਨੇ ਜਲੰਧਰ ਲੁੱਟੀ ਸੀ। ਉਹ ਕਥਾ ਆਪਾਂ ਸੁਣਾਂਗੇ। ਬਾਅਦ ਵਿੱਚ ਇਹ ਪੰਥ ਤੋਂ ਅਲੱਗ ਹੋ ਕੇ ਇਹਨੇ ਆਪਣਾ ਹੀ ਰਾਹ ਤੋਰ ਲਿਆ। ਧੌਲੀ ਧਾਰ ਆ ਜਿੱਥੇ ਉਹਦਾ ਡੇਰਾ ਆ, ਉੱਥੇ ਜਾ ਕੇ ਭੂਤ ਪ੍ਰੇਤ ਕੱਢਣ ਲੱਗ ਪਿਆ ਤੇ ਪੰਥ ਨੇ ਫਿਰ ਆਖਿਆ ਵੀ ਇਹਦੇ ਨਾਲ ਮੇਲ ਨਹੀਂ ਕਰਨਾ। ਹਾਲਾਂਕਿ ਹੁਕਮ ਤਾਂ ਪਹਿਲਾਂ ਸੀ ਮਹਾਰਾਜ ਦਾ ਵੀ ਧੀਰ ਮੱਲੀਆਂ ਨਾਲ ਮੇਲ ਨਹੀਂ ਕਰਨਾ, ਕਿਉਂਕਿ ਧੀਰਮਲ ਗੁਰੂ ਬਣ ਕੇ ਬੈਠਾ ਸੀ ਤੇ ਉਹਨਾਂ ਦੇ ਵਿੱਚ ਹੀ ਸੋਢੀ ਵਡਭਾਗ ਸਿੰਘ ਆਉਂਦਾ ਸੀਗਾ। ਪਰ ਸੋਢੀ ਵਡਭਾਗ ਸਿੰਘ ਵੀ ਖੈਰ ਯੋਧਾ ਸੀਗਾ, ਉਹਦਾ ਉਹ ਵੱਖਰਾ ਪੱਖ ਹੈ। ਪਰ ਜਿੱਥੇ ਭੂਤ ਪ੍ਰੇਤ ਕੱਢਣ ਵਾਲੀ ਗੱਲ ਹੈ, ਇਹਨੇ ਜਿਹੜਾ ਆਪਣਾ ਥਾਂ ਬਣਾਇਆ ਸੀ ਉਹ ਖਾਲਸੇ ਪੰਥ ਉਹਦੇ ਹੱਕ ਦੇ ਵਿੱਚ ਨਹੀਂ ਸੀਗਾ। ਇਸ ਕਰਕੇ ਇਹਨੇ ਆਪਣਾ ਵੱਖਰਾ ਹੀ ਪੰਥ ਚਲਾਇਆ ਹੋਇਆ ਸੀ ਜਿੱਥੇ ਭੂਤ ਪ੍ਰੇਤ ਕੱਢਦਾ ਤੇ ਜਿਹੜਾ ਇਹਨਾਂ ਦੇ ਨਾਲ ਮੇਲ ਰੱਖਦਾ ਗੁਰੂ ਘਰ ਦਾ ਤਨਖਾਹੀਆ ਤੇ ਗੁਰੂ ਘਰ ਤੋਂ ਛਿਕਿਆ ਜਾਂਦਾ ਹੈ। ਸੋ ਸਮੇਂ ਦੀ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਅੰਧਕੂਪ ਮਹਾ ਭਿਆਨ, ਨਾਨਕ ਪਾਰਿਓ ਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤੋ, ਨਾਨਕ ਹੋਤ ਨਿਹਾਲ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤੋ, ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।